Praise the Lord, guys. The ਲੱਖ ਲੱਖ ਸ਼ੁਕਰ ਹੈ ਕਿ ਅੱਜ ਫਿਰ ਉਹਨੇ ਮੌਕਾ ਦਿੱਤਾ ਤੁਹਾਡੀ ਜ਼ਿੰਦਗੀ ਦੇ ਵਿੱਚ ਚੌਥੇ ਚੈਪਟਰ ਨੂੰ ਲੈ ਕੇ ਆਉਣ ਦਾ ਤੇ ਪੂਰਾ ਯਕੀਨ ਕਰਦੇ ਹਾਂ ਕਿ ਉਹ ਇਸ ਸੈਸ਼ਨ ਨੂੰ ਵੀ ਇਸੇ ਤਰ੍ਹਾਂ ਕੰਪਲੀਟ ਕਰੇਗਾ ਜਿਸ ਤਰ੍ਹਾਂ ਕਿ ਇਸ ਬਾਈਬਲ ਸਟੱਡੀ ਨੂੰ ਸ਼ੁਰੂ ਕੀਤਾ ਗਿਆ ਤੇ ਅਸੀਂ ਦੇਖਣ ਜਾ ਰਹੇ ਹਾਂ ਚੌਥਾ ਚੈਪਟਰ ਜੈਨੇਸਿਸ ਦਾ ਤੇ ਮੈਥਿਊ ਦਾ ਫਿਰ ਵਿਆਖਿਆ ਸੀ ਤੇ ਅਸੀਂ ਸ਼ੁਰੂ ਕਰ ਰਹੇ ਹਾਂ ਕਾਇਨ ਤੇ ਹਾਬਲ। ਅੱਜ ਆਦਮ ਨੇ ਆਪਣੀ ਪਤਨੀ ਹਵਾ ਨਾਲ ਜਦੋਂ ਸਰ ਕੀਤਾ ਤੇ ਉਹ ਗਰਭਵਤੀ ਹੋਈ ਤੇ ਕਾਇਨ ਨੂੰ ਜਣੇ ਉਹਨੇ ਕਿਹਾ ਕਿ ਮੈਂ ਇੱਕ ਆਦਮੀ ਜੋ ਮਤਲਬ ਪ੍ਰਾਪਤ ਕੀਤਾ ਹੈ ਤੇ ਉਸਦੇ ਹਾਬਲ ਨੂੰ ਜਣੇ ਜਿਹੜਾ ਕਿ ਇਜਰਾ ਦਾ ਪਾਣੀ ਸੀ ਤੇ ਕਾਇਨ ਜ਼ਮੀਨ ਦਾ ਪਾਣੀ। ਕੁਝ ਦਿਨਾਂ ਮਗਰੋਂ ਇਹ ਹੋਇਆ ਕਿ ਕਾਇਨ ਜ਼ਮੀਨ ਦੇ ਪਲਾਂ ਤੋਂ ਤੇ ਹਾਬਲ ਇਜਰ ਦੇ ਪਲੋਠਿਆਂ ਵਿੱਚੋਂ ਕੁਝ ਭੇਟ ਚਰਬੀ ਲੈ ਕੇ ਆਇਆ ਤੇ ਯਹੋਵਾ ਦੇ ਹਜ਼ੂਰ ਉਸਦੀ ਭੇਟ ਨੂੰ ਪਸੰਦ ਕੀਤਾ ਗਿਆ ਪਰ ਕਾਇਨ ਅਤੇ ਉਸਦੀ ਭੇਟ ਨੂੰ ਪਸੰਦ ਨਾ ਕੀਤਾ ਗਿਆ। ਕਾਇਨ ਬਹੁਤ ਕ੍ਰੋਧਵਾਨ ਹੋਇਆ ਤੇ ਉਹਦਾ ਮੂੰਹ ਉਤਰ ਗਿਆ ਤੇ ਯਹੋਵਾ ਨੇ ਕਾਇਨ ਨੂੰ ਕਿਹਾ ਜੇਕਰ ਤੂੰ ਭਲਾ ਕਰੇ ਤੇ ਕੀ ਤੂੰ ਉੱਪਰ ਨਾ ਕੀਤਾ ਜਾਵੇਗਾ ਤੇ ਪਰ ਜੇ ਤੂੰ ਭਲਾ ਨਾ ਕਰੇ ਤਾਂ ਪਾਪ ਸ਼ਹਿ ਕੇ ਬੈਠਾ ਹੈ ਕਿ ਉਹ ਕਦੋਂ ਤੈਨੂੰ ਲੈ ਜਾਵੇ। ਰੋਜ਼ ਲੱਗਦਾ ਹੈ ਕਿ ਕਦੋਂ ਤੇਰੇ ਤੇ ਕਬਜ਼ਾ ਕਰ ਲੈ ਪਰ ਤੂੰ ਉਸ ਤੇ ਪ੍ਰਬਲ ਹੋ ਤੂੰ ਉਸ ਤੇ ਕਬਜ਼ਾ ਕਰ। ਫਿਰ ਕਾਇਨ ਨੇ ਆਪਣੇ ਭਰਾ ਹਾਬਲ ਨੂੰ ਕੁਛ ਕਿਹਾ ਤੇ ਜਦੋਂ ਉਹ ਦੋਵੇਂ ਖੇਤ ਵਿੱਚ ਸਨ ਤਾਂ ਇਹ ਹੋਇਆ ਕਿ ਕਾਇਨ ਨੇ ਆਪਣੇ ਭਰਾ ਹਾਬਲ ਨੂੰ ਮਾਰ ਸੁੱਟਿਆ ਤੇ ਜੋ ਮੈਨੇ ਕਾਇਨ ਨੂੰ ਕਿਹਾ ਕਿ ਤੂੰ ਇਹ ਕੀ ਕੀਤਾ, ਤੇਰਾ ਭਰਾ ਹਾਬਲ ਕਿੱਥੇ ਹੈ? ਤੇ ਉਸਨੇ ਕਿਹਾ ਕਿ ਮੈਂ ਆਪਣੇ ਭਰਾ ਦਾ ਰੱਖ ਹਾਂ ਤੇ ਉਸਨੇ ਕਿਹਾ ਕਿ ਤੇਰੇ ਭਰਾ ਦੇ ਲਹੂ ਦੀ ਆਵਾਜ਼ ਜ਼ਮੀਨ ਵਿੱਚੋਂ ਮੇਰੇ ਕੋਲ ਦੁਹਾਈਆਂ ਦਿੰਦੀ ਹੈ। ਤੂੰ ਹੁਣ ਇਸ ਜ਼ਮੀਨ ਤੋਂ ਜਿਹੜੇ ਆਪਣਾ ਮੂੰਹ ਤੇਰੇ ਭਰਾ ਦੇ ਲਹੂ ਨੂੰ ਲੈਣ ਲਈ ਖੋਲਿਆ ਸ਼ਰਾਬਤ ਹੋਇਆ। ਤੂੰ ਜ਼ਮੀਨ ਦੀ ਵਾਹੀ ਕਰੇਗਾ ਤਾਂ ਤੇਰੇ ਲਈ ਪੂਰੀ ਫਸਲ ਨਹੀਂ ਦੇਗੀ। ਅਗਰ ਤੂੰ ਫਿਰ ਧਰਤੀ ਉੱਤੇ ਭਗੌੜਾ ਅਤੇ ਭੌਂਦੂ ਹੋਵੇਗਾ। ਅਤੇ ਕਾਇਨ ਨੇ ਜੋ ਉਹਨੂੰ ਕਿਹਾ ਕਿ ਮੇਰਾ ਦੰਡ ਮੇਰਾ ਦੋਸ਼ ਤਾਂ ਸਹਿਣ ਤੋਂ ਬਾਹਰ ਹੈ, ਤੂੰ ਮੈਨੂੰ ਜ਼ਮੀਨ ਤੋਂ ਦੂਰ ਕਰ ਦਿੱਤਾ ਤੇ ਇਸ ਲਈ ਮੈਂ ਤੇਰੇ ਮੂੰਹੋਂ ਲੁਕ ਜਾਵਾਂਗਾ ਤੇ ਧਰਤੀ ਉੱਤੇ ਭਗੌੜਾ ਤੇ ਭੌਂਦੂ ਹੋਵੇਗਾ ਤੇ ਇਉਂ ਹੋਵੇਗਾ ਕਿ ਜਿਹੜਾ ਵੀ ਕੋਈ ਮੈਨੂੰ ਲੱਭੇਗਾ ਮੈਨੂੰ ਵੱਢ ਸੁੱਟੇਗਾ। ਤੇ ਇਸ ਲਈ ਜਿਹੜਾ ਕੋਈ ਕਾਇਨ ਨੂੰ ਵੱਢੇ ਉਸ ਤੋਂ 7 ਗੁਣਾ ਬਦਲਾ ਲਿਆ ਜਾਵੇ। ਯਹੋਵਾ ਨੇ ਕਾਇਨ ਲਈ ਇਹ ਨਿਸ਼ਾਨ ਠਹਿਰਾ ਦਿੱਤਾ ਕਿ ਕੋਈ ਉਸਨੂੰ ਲੱਭ ਕੇ ਮਾਰ ਨਾ ਸੁੱਟੇ। ਸੋ ਕਾਇਨ ਜੋ ਉਹਦੇ ਜ਼ਰੂਰ ਚਲਾ ਗਿਆ ਤੇ ਅਦਨ ਦੇ ਚੜ੍ਹਦੇ ਬੁੱਢੇ ਨੋਦ ਦੇ ਕੁਸ਼ੂ ਜਾ ਕਾਇਨ ਨੇ ਆਪਣੇ ਔਰਤ ਦੇ ਨਾਲ ਸਹਿ ਕੀਤਾ ਤੇ ਉਹ ਗਰਭਣੀ ਹੋਈ ਤੇ ਉਸਨੇ ਹਨੋਕ ਨੂੰ ਪੈਦਾ ਕੀਤਾ। ਉਸਨੇ ਇੱਕ ਪਿੰਡ ਇੱਕ ਨਗਰ ਬਣਾਇਆ ਜਿਸਦਾ ਨਾਮ ਹਨੋਕੀ ਰੱਖਿਆ। ਹਨੋਕ ਤੋਂ ਇਰਾਦ ਤੋਂ ਮਹੁਯਾਇਲ ਤੇ ਮਹੁਯਾਇਲ ਤੋਂ ਮਸ਼ੂਸ਼ਾਇਲ ਅਤੇ ਮਥੂਸ਼ਾਇਲ ਤੋਂ ਲਾਮਕ ਲਿਆ। ਲਾਮਕ ਨੇ ਆਪਣੇ ਲਈ 2 ਔਰਤਾਂ ਕੀਤੀਆਂ, ਇੱਕ ਦਾ ਨਾਮ ਅਦਾ ਤੇ ਦੂਸਰੇ ਦਾ ਨਾਮ ਜ਼ਲਾ ਸੀ। ਅਤੇ ਅਦਾ ਜਾਬੀ ਨੂੰ ਜਿਹੜੀ ਉਹਨਾਂ ਦਾ ਪਿਤਾ ਸੀ ਜਿਹੜਾ ਤੰਬੂਆਂ ਵਿੱਚ ਵਸਦੇ ਸਨ, ਪਸ਼ੂ ਪਾਲਦੇ ਸਨ। ਉਹਨਾਂ ਦੇ ਭਰਾ ਦਾ ਨਾਮ ਜਬੂਲ ਸੀ ਅਤੇ ਸਾਰਿਆਂ ਦਾ ਉਹ ਪਿਤਾ ਸੀ ਜਿਹੜੇ ਬਰਬਦੇ ਬੀਜ ਸਨ। ਜ਼ਿਲਾ ਵੀ ਤੁਬਲ ਕਾਰਨ ਉਹ ਲੋਹੇ ਤੇ ਪਿੱਤਲ ਦੇ ਹਰ ਵੱਢਣ ਵਾਲੇ ਸੰਦ ਦਾ ਤਿੱਖਾ ਕਰਨ ਵਾਲਾ ਸੀ। ਤੁਬਲ ਕਾਰਨ ਦੀ ਭੈਣ ਨਮਾ ਸੀ। ਲਾਮਕ ਨੇ ਆਪਣੀ ਪਤਨੀ ਨੂੰ ਕਿਹਾ ਆਦਾ ਤੇ ਜ਼ਿਲਾ ਦੀ ਆਵਾਜ਼ ਸੁਣ ਕੇ ਲਾਮਕ ਦੀ ਔਰਤੋਂ ਮੇਰੇ ਬੱਚਨ ਤੇ ਕੰਨ ਲਾਓ। ਮੈਂ ਤਾਂ ਇੱਕ ਆਦਮੀ ਨੂੰ ਜਿਹਨੇ ਮੈਨੂੰ ਫੱਟੜ ਕੀਤਾ ਤੇ ਗੱਭਰੂ ਨੂੰ ਜਿਹਨੇ ਮੈਨੂੰ ਸੱਟ ਮਾਰੀ ਵੱਢ ਸੁੱਟਿਆ ਹੈ। ਜੇ ਕਾਇਨ ਦਾ ਬਦਲਾ 7 ਗੁਣਾ ਹੈ ਤੇ ਲਾਮਕ ਦਾ 70 ਗੁਣਾ ਲਿਆ ਜਾਵੇਗਾ। ਆਦਮੀ ਨੇ ਫਿਰ ਆਪਣੀ ਔਰਤ ਨਾਲ ਸਲਾਹ ਕੀਤਾ। ਉਹ ਪੁੱਤਰ ਜਣਿਤ ਨੇ ਇਹ ਕਹਿ ਕੇ ਉਹਦਾ ਨਾਮ ਸੇਤ ਰੱਖਿਆ ਕਿ ਪਰਮੇਸ਼ਰ ਨੇ ਇੱਕ ਹੋਰ ਵੰਸ਼ ਹਾਬਲ ਦੀ ਥਾਂ ਜਿਹਨੂੰ ਕਾਇਨ ਨੇ ਵੱਢ ਸੁੱਟਿਆ ਸੀ ਦੇ ਦਿੱਤੀ ਤੇ ਸੈਤ ਤੋਂ ਇੱਕ ਪੁੱਤਰ ਪੈਦਾ ਹੋਇਆ ਜਿਸਦਾ ਨਾਮ ਅਨੋਸ਼ ਰੱਖਿਆ ਗਿਆ। ਉਸ ਵੇਲੇ ਲੋਕ ਯਹੋਵਾ ਦਾ ਨਾਮ ਲੈਂਦੇ ਕਿ ਪਾਪ ਪਹਿਲਾਂ ਯਹੋਵਾ ਦਾ ਨਾਮ ਕਿ ਨੇੜੋਂ ਹਟ ਗਿਆ ਸੀ ਕਿਉਂਕਿ ਕਾਇਨ ਦੇ ਰਾਹੀਂ ਯਹੋਵਾ ਸੀ ਗੁਨਾਹ ਸ਼ਾਮਦਾ। ਆਪਾਂ ਹੁਣ ਇਹਦੀ ਵਿਆਖਿਆ ਦੇਖਦੇ ਹਾਂ। ਹਾਬਲ ਤੇ ਕਾਇਨ ਦੀ ਭੇਟ ਚੌਥੇ ਚੈਪਟਰ ਦੀ ਜਿਹੜੀ ਪਹਿਲੀ ਅਸੀਂ ਦੇਖਦੇ ਕੁਰਬਾਨੀ ਦੀ ਰੂਹਾਨੀਅਤ ਨੂੰ ਸਮਝਣ ਲਈ ਇਨਸਾਨੀਅਤ ਵਿੱਚ ਗੁਨਾਹ ਦੀ ਸ਼ਮੂਲੀਅਤ ਤੋਂ ਪਹਿਲਾਂ ਵਾਲਾ ਵਕਤ ਜਿਹੜਾ ਅਸੀਂ ਅਗਰ ਉਹਦੇ ਵੱਲ ਝਾਤੀ ਮਾਰਨੀ ਪਊਗੀ ਕਿਸ ਤਰ੍ਹਾਂ ਲੋਕ ਆਜ਼ਾਦੀ ਸਹਿਤ ਤੇ ਖੁਦਾ ਬਾਪ ਨਾਲ ਰਾਬਤਾ ਕਾਇਮ ਕਰ ਪਾ ਰਹੇ ਸਨ, ਗੱਲਬਾਤ ਕਰ ਲੈਂਦੇ ਸਨ। ਉਹਨਾਂ ਨੂੰ ਭੇਟ ਚੜਾਉਣ ਦੀ ਜ਼ਰੂਰਤ ਨਹੀਂ ਸੀ ਪੈਂਦੀ। ਤੁਸੀਂ ਦੇਖਿਆ ਕਿ ਕਾਇਨ ਨੂੰ ਆ ਕੇ ਖੁਦਾ ਨੇ ਕਿਹਾ ਕਿ ਤੂੰ ਜੇ ਭਲਾ ਨਹੀਂ ਕਰੇਗਾ ਤਾਂ ਕੀ ਤੂੰ ਕੀ ਭਲਾ ਕਰੇਗਾ ਉਹ ਤਾਂ ਚੁੱਕਿਆ ਜਾਵੇਗਾ, ਜੇ ਨਹੀਂ ਕਰੇਗਾ ਤੇ ਪਾਪ ਸ਼ਹਿਰ ਵਿੱਚ ਬੈਠਾ ਦਬੋਚ ਲੈਣੀ ਨਾ। ਉਹਨਾਂ ਦਾ ਸਿੱਧਾ ਇੱਕ ਤਰ੍ਹਾਂ ਗੱਲਬਾਤ ਉਹਨਾਂ ਦੀ ਹੋ ਜਾਂਦੀ ਸੀ। ਪਰ ਅਸੀਂ ਦੇਖਦੇ ਹਾਂ ਕਿ ਉੱਪਰ ਕਿਉਂਕਿ ਉਹਨਾਂ ਨੂੰ ਸ਼ਾਇਦ ਮਤਲਬ ਜਿਹੜੀ ਕੁਰਬਾਨੀ ਅਸੀਂ ਦੇਖਦੇ ਹਾਂ ਉਹ ਅੱਜ ਦੀ ਤਰ੍ਹਾਂ ਉਹਨਾਂ ਨੂੰ ਆਪਣੇ ਆਪ ਨੂੰ ਖੁਦਾ ਦੀ ਜ਼ਰੂਰਤ ਵਿੱਚ ਲੈ ਕੇ ਜਾਣ ਲਈ ਮਤਲਬ ਜਿਹੜੀ ਅੱਜ ਕੁਰਬਾਨੀ ਦੀ ਲੋੜ ਹੈ ਸ਼ਾਇਦ ਬਿਗਿਨਿੰਗ ਵਿੱਚ
कि उसे कुर्बानी की लोड़ सी है ना, जिहड़ी सानूं उत्थे नजर आती है। पर असीं ते देखिआ कि हजे सानूं महसूस होंदा है कि उन्हां दी कोई गलती जदों तक गुनाह नहीं सी बने उदों तक आत्मा ने मतलब उन्हां दी अप्रोच लई रस्ता जिहड़ा ना ओह डिफरेंट तैयार नहीं सी कीता। जदों गुनाह बन गया उन्हां दी गलती जिहड़ी सानूं खाने दी नजर आउंदी है ते फिर उदों ही मतलब पिता दे पुत्र पलोचन दा भी सबसे दी जरूरत की कुर्बानी की जरूरत का जन्म दरअसल उन्होंने होया कि हुण इहनूं ठीक किता जाएगा ना। आपां नूं मतलब वो अप्रोच जिहड़ी नजर आउंदी आ ते असीं पाक पवित्र महिमा करन लई असीं सारे मतलब खुदा यीशु मसीह दी कुर्बानी तक दे राही ही पुज्जे तां ही असीं उन्हां नाल सिद्धा मतलब असीं उन्हां दी जरूरत विच चर्चा दे विच जा सकदे हां, सिद्धा असीं गल कर पा रहे हां। नहीं ते सानूं हमेशा डिपेंड करना पैंदा सी हाई प्रीस्ट मतलब कायम दे उत्ते है ना। पर असीं देखदे कि हाबिल दी कुर्बानी खुदा नूं पसंद आई कि जिहड़ी मतलब ओहदी दोष रहित संपूर्णता ओहदे दिल दी दोष रहित जिहड़ी इत्थे सानूं महत्ता पता लगदी है ना कि कायम दी भेंट क्यों नहीं पसंद आई क्योंकि खुदा नूं ओहदे दिल दी हालत दा भी पता सी। भेंट चढ़ाउण वाले दे दिल दी पकीज़गी खुदा तो छुपी नहीं हुंदी है ना। ते एहदा मतलब एह होया कि कुर्बानी करना ਇਹ ਸਾਬਤ ਹੁੰਦਾ ਕਿ ਭੇਜਣ ਵਾਲੇ ਦਿਲ ਦੀ ਹਾਲਤ ਵੀ ਉਹਦੀ ਜਿਹੜੀ ਮਤਲਬ ਭੇਟ ਜਿਹੜਾ ਉਹਦਾ ਤੋਹਫਾ ਜਿਹੜੀ ਉਹਦੀ ਕੁਰਬਾਨੀ ਹੋਈ ਉਹ ਤੋਂ ਪਤਾ ਚੱਲ ਜਾਂਦੀ ਹੈ ਨਾ ਕਿ ਤੁਹਾਨੂੰ ਮਤਲਬ ਇੱਜ਼ਤ ਦੇਣ ਦੀ ਇੱਛਾ ਹਾਬਲ ਦੀ ਭੇਟ ਮਤਲਬ ਨਹੀਂ ਹਾਬਲ ਦੀ ਪੋਜੀਸ਼ਨ ਆ ਉਹਦੇ ਖੁਦਾ ਦੇ ਨਾਲ ਉਹਨੂੰ ਬਿਆਨ ਕਰ ਦਿੱਤਾ। ਕਾਇਨ ਦੀ ਭੇਟ ਨੇ ਮਤਲਬ ਕਾਇਨ ਦੀ ਕਮਜ਼ੋਰੀ ਨੂੰ ਬਿਆਨ ਕਰ ਦਿੱਤਾ। ਹੁਣ ਕਾਇਨ ਕੌਣ ਹੈ ਤੇ ਕੀ ਕਰਨ ਵਾਲਾ ਹੈ ਤੇ ਮਸਲੇ ਵਿੱਚ ਚੜਾਈ ਹੋਈ ਭੇਟ ਕੁਰਬਾਨੀ ਦੇਣ ਵਾਲੇ ਦੇ ਦਿਲ ਨੂੰ ਵੀ ਮਸਲੇ ਉੱਤੇ ਲੈ ਜਾਂਦੀ ਹੈ। देखो ना भेंट साडे दिल नूं भी मसले ते लै जांदी किस दिल नाल असीं मसले ते जाने किस दिल नाल भेंट चढ़ाउणा खुदा उहनूं पढ़ लैंदा मतलब खुदा कोल छुपा है नहीं है ना। हुण क्योंकि कायन खुदा की आवाज़ नूं दिल दे विच क्यों नहीं संभाल सकिया है ना क्योंकि खुदा ने तो पुकार के कायन नूं कहा कि तू अपने दिल नूं मकान तो साफ कर कि मतलब तौबा दा भी सहारा लैने क्या मतलब क्या कि साफ करेगा पर उन्हें उन्हें साफ करने दिल नूं जरूरी नहीं समझे। उन्हें उस तौबा नूं मतलब करना जरूरी नहीं समझा उन्होंने कुर्बानी नूं अपने जरूरी नहीं समझा करना ठीक तरीके दे नाल ना। फिर सानूं चो लगदा कि अकदमन खुदा बाप गुनाहों तो मुड़न दी ताकत समर्था का मौका दिंदा है सारिआं नूं पर यह वखरी गल है कि सानूं फिर शैतान तो मुंह मोड़ना पैंदा है ना कि शैतान नाल रिश्ता जोड़ना हुंदा है पर बल्कि शैतान नाल मुंह मोड़ना उसदा रिश्ता तोड़ना हुंदा ਉਹਦੇ सिर नूं फेरना हुंदा अपनी अड्डी नाल पर ਇਹ करने को लोग क्या शैतान नाल रिश्ता जोड़ लैंदे आ ते उसते कोल ਉਹ ਤੋੜ ਨਹੀਂ ਪਾਉਂਦੇ ना उससे बाहर निकलते हैं पर इंसान ये अपने हाथ च हुंदा है काइंड भी अपनी लिखाबाजी रिबेलियस नेचर अनाज्ञाकारी ਜਿਹੜੀ ਆ ਬਦਲੇਬਾਜ਼ੀ ਉਹਦੇ ਸ਼ਰਾਬ ਬਣ ਜਾਂਦੀ ਸਾਨੂੰ ਸਾਰਿਆਂ ਨੂੰ ਪਤਾ ਉਹ ਆਪਣੇ ਘਰਾਣੇ ਲਈ ਵੀ ਸ਼ਰਾਬ ਬਣ ਜਾਂਦਾ ਨਾ ਉਹਦੀਆਂ ਬਾਕੀ ਦੀਆਂ ਪੀੜ੍ਹੀਆਂ ਵੀ ਜਿਹੜੀਆਂ ਉਹ ਦਾਸ਼ੋ ਉਹਦੇ ਵਿੱਚ सफरिंग करदियां क्योंकि आप लामक तक देखा कि लामक ने की बाद च मतलब ਉਹਨੇ ਜਦੋਂ ਉਹਦੇ ਕੋਲ ਫੋਨ ਹੋ ਜਾਂਦਾ ਆਪਣੀ ਪਤਨੀ ਨੂੰ ਕਹਿੰਦਾ ਕਿ ਹੁਣ ਕਹਿੰਦਾ ਜੇ ਉਹਦੇ ਉਹਦਾ ਬਦਲਾ 7 ਗੁਣਾ ਸੀ ਤਾਂ ਮੇਰੇ ਤਾਂ 70 ਗੁਣਾ ਆ ਜਾਊਗਾ ਕਿਉਂਕਿ ਉਹ ਸਾਨੂੰ ਹੁੰਦਾ ਅੱਗੇ ਜਿਹੜਾ ਨਾ ਉਹ ਨਜ਼ਰ ਆਉਂਦਾ ਹੈ ਨਾ। ਸੋ ਇਸ ਕਰਕੇ ਅਸੀਂ ਜੇ ਹੁਣ ਅਸੀਂ ਇਹਨੂੰ ਜ਼ਬੂਰ 109 ਦੀ 17ਵੀਂ ਐਚ ਵੀ ਦੇਖਾਂਗੇ ਕਿ ਕਿਹਾ ਗਿਆ ਉੱਥੇ ਕਿਹਾ ਕਿ ਹਾਂ ਉਹਨੇ ਫਿਟਕਾਰ ਨਾਲ ਪ੍ਰੀਤ ਲਾਈ ਉਹਨੇ ਫਿਟਕਾਰ ਨਾਲ ਪ੍ਰੀਤ ਲਾਈ ਤੇ ਉਹੀ ਉਹਦੇ ਤੇ ਆ ਪਈ ਤੇ ਬਰਕਤ ਉਸको ਕੋਲੋਂ ਮੇਲ ਦੂਰ ਰਹਿੰਦੀ ਸੀ ਕਿਉਂਕਿ ਉਹ ਬਰਕਤ ਤੋਂ ਦੂਰ ਸੀ ਹੈ ਨਾ। ਹੁਣ ਅਸੀਂ ਇਹਨੂੰ ਦੇਖਿਆ मतलब ऐसे में ਅਸੀਂ ਦੇਖੋਗੇ मतलब ਡਿਟੋਨਮੀ ਜਿਹਨੂੰ ਕਜ਼ਾਤ ਤੇ ਵਿਵਸਥਾ ਦੀ ਕਿਤਾਬ ਵੀ ਕਹਿੰਦੇ ਉਹਦੇ 28ਵੇਂ ਚੈਪਟਰ ਦੀ ਦੂਸਰੀ ਆਇਤ ਦੇ ਵਿੱਚ ਕਿ ਇਹਦੇ ਆਪੋਜ਼ਿਟ ਕੀ ਹੈਗਾ ਕਿ मतलब ਬਖਸ਼ਿਸ਼ ਜਿਹੜੀ ਆ ਉਹ ਜੇ ਤੁਸੀਂ ਆਪਣੇ ਜੋ ਉਹਦੀ ਆਵਾਜ਼ ਸੁਣੋ ਤਾਂ ਸਾਰੀ ਅਸੀਸਾਂ ਤੁਹਾਡੇ ਉੱਤੇ ਅੱਗੋਂ ਪੈ ਕੇ ਬਲਕਿ ਤੁਹਾਨੂੰ ਅੱਗੇ ਪਿੱਛੇ ਬੈਠੇ ਮਿਲਣਗੇ ਇਹ ਉਹਦਾ मतलब ਆਪੋਜ਼ਿਟ ਹੈਗਾ ਤੇ ਜਿਹੜੀ ਉਹਨੇ ਨਹੀਂ ਕੀਤੀ ਸੀ ਦੇਖਿਆ ਕਿ मतलब ਬਖਸ਼ਿਸ਼ ਜਿਹੜੀ ਆ ਉਹ ਹਰਾਮਕਾਰੀ ਤੇ ਗੁਨਾਹਗਾਰੀ ਜਿਹੜੀ ਆ ਉਹਨੂੰ ਨਹੀਂ ਸਮੇਟ ਸਕਦੀ ਪਰ मतलब ਇਹ ਕਿ ਉਹਦਾ ਤਾਂ ਕੋਈ ਮੇਲ ਨਹੀਂ ਆਪਸ ਵਿੱਚ ਜਿਸ ਤਰ੍ਹਾਂ ਨਾ ਅਸੀਂ ਕਹਿੰਦੇ ਕਿ ਮਿਰਚ ਦਾ ਤੇ ਮਿੱਠੇ ਦਾ ਕੋਈ ਮੇਲ मतलब खट्टे का तो मिठे का कोई मेल हरामकारी का खाते का नहीं है ना। तो एक नजर आता है कि मतलब ਉਹਦੇ ਵਿੱਚ ਬਖਸ਼ਿਸ਼ ਤੇ ਆਗਿਆਕਾਰੀ ਘਰਾਣਿਆਂ ਦੇ ਘਰਾਣੇ ਚਾ ਦਿੰਦੀ ਹੈ ਮਰਕਤਾਂ ਨਾਲ ਪਰ ਤੁਹਾਨੂੰ ਕਿ ਜਦੋਂ ਅਸੀਂ ਆਗਿਆਕਾਰ ਉਪਰ ਹੁੰਦੇ ਆ ਤਾਂ ਜਿਹੜਾ ਕਿ ਹਾਵਲ ਸਾਨੂੰ ਨਜ਼ਰ ਆਉਂਦਾ ਹੈ ਨਾ
डिसोबीडियंट घराने दे घराने तबाह कर दिंदी है, मतलब आनाज्ञाकारी जिहड़ी है ना, जिहड़ी कि सानू खाण तो नजर आती है, क्योंकि वो किसी होर नूं नहीं बल्कि कौम दे घर महान नाल ही वो डिसोबीडियंट होया ना। इसी तरह से अगे मतलब इसदी गांव देखते हैं कि मत्ती चौथे चैप्टर की जिहड़ी असीं व्याख्या वाल भी जावांगे, मतलब असीं हुण चौथा चैप्टर जिहड़ा है ना वो मत्ती मैथ्यू दा जिहड़ा ना वो पढ़ांगे, ताकि फिर बाद विच असीं ओहदी भी व्याख्या तुहाडे नाल इस तरह कर सकीए जिहड़ी कि कीती हैगी इसकी पैदाइश दी है ना, ताकि असीं ठीक तरीके नाल इहनूं समझ सकीए। सो इत्थे असीं देखदे हां कि प्रभु दा प्रत्याया जाना, चैप्टर 4 मैथ्यू। तद यीशु आत्मा की अगवाई नाल उजाड़ विच गया तो शैतान कोलों, ताकि शैतान कोलों परत्याया जावे। ते 40 दिन ते 40 रात उन्हें रोजा रखिया और उन्हें भुख लगी, तद उन्हें परत्याउण वाले कोल आके उन्हें कहा कि जे तू परमेश्वर का पुत्र है तो फिर ये पत्थर रोटियां बन जाण, कह इन्हां नूं। तो उन्हें उत्तर दिता कि यही लिखा है भी इंसान मेरी रोटी नाल नहीं जिउंदा रहेगा, पर हर एक वो वचन जिहड़ा ओहदे परमेश्वर दे मूंहों निकलदा है ਉਹਦੇ ਨਾਲ ਉਹ ਜਿਉਵੇਗਾ। ਤਾਂ ਫਿਰ ਸ਼ੈਤਾਨ ਉਹਨੂੰ ਪਵਿੱਤਰ ਸ਼ਹਿਰ ਵਿੱਚ ਲੈ ਗਿਆ ਤੇ ਹੈਕਲ ਦੇ ਕਿੰਗਰੇ ਤੇ ਖੜਾ ਕਰਕੇ ਉਹਨੂੰ ਕਿਹਾ ਕਿ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਕਹਿ ਆਪਣੇ ਆਪ ਨੂੰ ਥੱਲੇ ਦੇਖ ਦੇ, ਕਿਉਂਕਿ ਲਿਖਿਆ ਹੈ ਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਕਿ ਤੈਨੂੰ ਹੱਥਾਂ ਤੇ ਚੁੱਕ ਲੈਣਗੇ, ਮਤੇ ਪੱਥਰ ਨਾਲ ਤੇਰੇ ਪੈਰਾਂ ਨੂੰ ਸੱਟ ਲੱਗੇ। ਯਿਸੂ ਨੂੰ ਆਖਿਆ ਇਹ ਵੀ ਤਾਂ ਲਿਖਿਆ ਹੋਇਆ ਕਿ ਜਦ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਨਾ ਪਰਤਿਆ। ਫਿਰ ਸ਼ੈਤਾਨ ਉਹਨੂੰ ਇੱਕ ਵੱਡੇ ਪਹਾੜ ਦੀ ਟਿਰਸੀ ਉੱਤੇ ਲੈ ਗਿਆ ਤੇ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਤੇ ਉਹਨਾਂ ਦਾ ਜਲਵਾ ਨੂੰ ਵਿਖਾਇਆ ਤੇ ਉਹਨੂੰ ਕਿਹਾ ਕਿ ਤੂੰ ਮੈਨੂੰ ਨਿਓ ਕੇ ਮੱਥਾ ਟੇਕ ਕੇ ਤਾਂ ਇਹ ਸਭ ਕੁਝ ਮੈਂ ਤੈਨੂੰ ਦੇ ਦੇਵਾਂਗਾ। ਤੇ ਯਿਸੂ ਨੇ ਉਹਨੂੰ ਕਿਹਾ ਕਿ ਸ਼ੈਤਾਨ ਤੋਂ ਚੁਣਿਆ ਜਾ, ਕਿਉਂਕਿ ਲਿਖਿਆ ਹੈ ਕਿ ਪ੍ਰਭੂ ਆਪਣੇ ਪਰਮੇਸ਼ਰ ਨੂੰ ਮੱਥਾ ਟੇਕਣ ਸੇ ਪਹਿਲੇ ਦੀ ਉਪਾਸਨਾ ਕਰ। ਤੇ ਫਿਰ ਸ਼ੈਤਾਨ ਉਹਨੂੰ ਛੱਡ ਗਿਆ ਤੇ ਦੇਖੋ ਫਿਰ ਫਰਿਸ਼ਤੇ ਦੂਤ ਉਹਦੀ ਟਹਿਲ ਸੇਵਾ ਕਰਨ ਲੱਗੇ। ਉਹਨੇ ਸੁਣਿਆ ਕਿ यूहन्ना ਪਕੜਿਆ ਗਿਆ ਤੇ ਉਹ ਗਲੀਲ ਨੂੰ ਤੁਰ ਪਿਆ ਤੇ ਨਾਸਰਤ ਨੂੰ ਛੱਡ ਕੇ ਕਫਰਨਹੂਮ ਵਿੱਚ ਜਾ ਰਿਹਾ, ਜਿਹੜਾ ਕਿ ਝੀਲ ਦੇ ਕੰਢੇ ਜ਼ਬੂਲੂਨ ਤੇ ਨਪਤਾਲੀ ਦੇ ਬੰਨਿਆਂ ਵਿੱਚ ਹੈ, ਵੀ ਯਸਾਇਆ ਨਬੀ ਦਾ ਉਹ ਵਾਕ ਪੂਰਾ ਹੋਵੇ ਜਿਹੜਾ ਉਹਨੇ ਕਿਹਾ ਕਿ ਜ਼ਬੂਲੂਨ ਦੀ ਧਰਤੀ ਤੇ ਨਪਤਾਲੀ ਦੀ ਧਰਤੀ ਤੇ ਸਮੁੰਦਰ ਦੀ ਜੱਟੋਂ ਪਾਰ ਪਰਾਈਆਂ ਕੌਮਾਂ ਦੀ ਗਲੀਲ ਜਿਹੜੇ ਲੋਕ ਹਨੇਰਿਆਂ 'ਚ ਬੈਠੇ ਹੋਏ ਸਨ ਉਹਨਾਂ ਨੂੰ ਵੱਡਾ ਚਾਨਣ ਦੇਖਿਆ, ਤੇ ਜਿਹੜੇ ਮੌਤ ਦੇ ਦੇਸ਼ ਤੇ ਛਾਇਆ ਵਿੱਚ ਬੈਠੇ ਸਨ ਉਹਨਾਂ ਲਈ ਚਾਨਣ ਪ੍ਰਕਾਸ਼ ਹੋਇਆ। ਉਸੇ ਵੇਲੇ ਯਿਸੂ ਪ੍ਰਚਾਰ ਕਰਨ ਤੇ ਕਹਿਣ ਲੱਗਾ ਕਿ ਤੌਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆ ਪੁੱਜਿਆ। ਗਲੀਲ ਦੀ ਝੀਲ ਉੱਤੇ ਫਿਰਦਿਆਂ ਹੋਇਆ ਉਹਨੇ ਦੋ ਭਰਾਵਾਂ ਸਾਥ ਸ਼ਮੂਨ ਨੂੰ ਜਿਹੜੇ ਪੱਥਰ ਪਾਉਂਦਾ ਤੇ ਉਹਦੇ ਭਰਾ ਇੰਦਰਾਸ ਨੂੰ ਝੀਲ ਵਿੱਚ ਜਾਲ ਪਾਉਂਦਿਆਂ ਵੇਖਿਆ ਤੇ ਉਹਨਾਂ ਨੂੰ ਕਿਹਾ ਕਿ ਉਹ ਮਛੇਰੇ ਸਨ ਕਿ ਮੇਰੇ ਮਗਰ ਆ ਜਾਓ, ਮੈਂ ਤੁਹਾਨੂੰ ਮਨੁੱਖਾਂ ਦਾ ਸ਼ਿਕਾਰੀ ਬਣਾਉਂਗਾ। ਤੇ ਉਹ ਝਟਪਟ ਜਾਲਾਂ ਨੂੰ ਛੱਡ ਕੇ ਉਹਦੇ ਮਗਰ ਉਤਰੇ ਤੇ ਉੱਥੋਂ ਅੱਗੇ ਵੱਧ ਕੇ ਉਹਨੇ ਹੋਰ ਦੋ ਭਰਾਵਾਂ ਸਾਥ ਜੱਦੀ ਦੇ ਪੁੱਤਰ ਯਾਕੂਬ ਨੂੰ ਉਹਦੇ ਭਾਈ ਯੂਹੰਨਾ ਨੂੰ ਵੇਖਿਆ ਤੇ ਆਪਣੇ ਪਿਓ ਨਾਲੋਂ ਬੇੜੀ ਉੱਤੇ ਆਪਣੇ ਜਾਲਾਂ ਨੂੰ ਸਾਫ਼ ਸੁਥਰਾ ਕਰਦੇ ਪਏ ਸਨ। ਉਹਨਾਂ ਨੂੰ ਵੀ ਸੱਦੇ ਤੇ ਝਟਪਟ ਬੇੜੀ ਨੂੰ ਅਤੇ ਜਾਲਾਂ ਨੂੰ ਛੱਡ ਕੇ ਆਪਣੇ ਪਿਓ ਨੂੰ ਵੀ ਛੱਡ ਕੇ ਉਹਦੇ ਮਗਰ ਉਤਰੇ। ਯਿਸੂ ਸਾਰੀ ਗਲੀਲ ਵਿੱਚ ਫਿਰਦਾ ਹੋਇਆ ਉਹਨਾਂ ਦੇ ਸਮਾਗਮ ਨੂੰ ਉਪਦੇਸ਼ ਦਿੰਦਾ ਹੋਇਆ, ਰਾਜ ਦੀ ਖੁਸ਼ਖਬਰ ਦਾ ਪ੍ਰਚਾਰ ਕਰਦਾ ਹੋਇਆ, ਲੋਕਾਂ ਵਿੱਚ ਸਾਰੇ ਰੋਗ ਤੇ ਸਾਰੀ ਬਿਮਾਰੀ ਨੂੰ ਹਟਾਉਂਦਾ ਹੋਇਆ। ਤੇ ਸੂਰਜ ਦੇ ਤੇਜ ਤੇ ਉਹਦੇ ਧੁੰਮਾਂ ਪੈ ਗਈਆਂ ਤੇ ਉਹਨਾਂ ਸਭਨਾਂ ਰੋਗੀਆਂ ਨੂੰ ਜਿਹੜੇ ਕਈ ਪ੍ਰਕਾਰ ਦੇ ਰੋਗਾਂ ਤੇ ਦੁੱਖਾਂ ਸਨ, ਜਿਹਨਾਂ ਨੂੰ ਭੂਤ ਚਿੰਬੜੇ ਸਨ ਤੇ ਮਿਰਗੀ ਵਾਲੇ ਅਧਰੰਗੀਆਂ ਨੂੰ ਉਹਦੇ ਕੋਲ ਲਿਆਂਦਾ ਗਿਆ ਤੇ ਉਹਨਾਂ ਨੂੰ ਚੰਗਾ ਕੀਤਾ ਤੇ ਵੱਡੀਆਂ ਭੀੜਾਂ ਗਲੀਲ ਤੇ ਕਾਪਲੁਸ ਤੇ ਯਰੂਸ਼ਲਮ ਦੇ ਯਹੂਦੀਆ ਅਤੇ ਯਰਦਨ ਦੇ ਪਾਰੋਂ ਉਹਦੇ ਮਗਰ ਲੱਗਿਆ। ਅਸੀਂ ਹੁਣ ਇੱਥੇ ਦੇਖਿਆ ਕਿ ਕਿਸ ਤਰ੍ਹਾਂ ਮਤਲਬ ਮੱਤੀ ਦੇ ਵਿੱਚ ਖੁਦਾ ਦੀ ਜ਼ਰੂਰਤ ਹੈ ਪੂਰਾ ਮੱਤੀ ਚੈਪਟਰ ਜਿਹੜਾ ਚੌਥਾ ਮੈਥਿਊ ਪੜਿਆ। ਹੁਣ ਅਸੀਂ ਇਹ ਦੇਖਣ ਵਾਲੇ ਜਾਣੇ ਯਿਸੂ ਨੂੰ ਪਾਕਰੂ ਉਜਾੜ ਵਿੱਚ ਲੈ ਗਿਆ। ਅਸਲ ਮਤਲਬ ਬਿਗਿਨਿੰਗ ਇੱਥੇ ਹੁੰਦੀ ਹੈ। ਇੱਕ ਬੜੀ ਦਿਲਚਸਪ ਗੱਲ ਹੈ ਕਿ ਰੂਹ ਖੁਦ ਆਪ ਲਾਰਡ ਜੀਸਸ ਕ੍ਰਾਈਸਟ ਨੂੰ ਉਜਾੜ ਵਿੱਚ ਲੈ ਕੇ ਗਿਆ ਹੈ ਨਾ, ਤਾਂ ਕਿ ਸ਼ੈਤਾਨ ਦੇ ਪ੍ਰਤਾਪ ਵਿੱਚ ਉਹ ਪੂਰਾ ਉਤਰ ਸਕੇ, ਤਾਂ ਕਿ ਸ਼ੈਤਾਨ ਦੇ ਪ੍ਰਤਾਪ ਵਿੱਚ ਉਹ ਪਾਕੀਜ਼ਗੀ ਹਾਸਿਲ ਕਰਦਾ ਹੋਇਆ ਮਤਲਬ ਡਿਪੈਂਡੈਂਸ ਜਿਹੜੇ ਪਿਤਾ ਦੇ ਉੱਤੇ ਡਿਪੈਂਡੈਂਸ ਸੰਪੂਰਨ ਇਮਾਨਦਾਰੀ ਆਗਿਆਕਾਰੀ ਵਿੱਚ ਇੱਕ ਤਰ੍ਹਾਂ ਮਤਲਬ ਸਾਫ਼ ਸੁਥਰਾ ਟੱਲੀ ਵਾਂਗੂ ਠਾਣੇ ਕਿ ਉਹ ਉੱਪਰ ਸਕੇ, ਕਿਉਂਕਿ ਉਹਨੇ ਜਿਹੜੀ ਆਪਣੀ ਮਿਨਿਸਟਰੀ ਸ਼ੁਰੂ ਕਰਨੀ ਸੀ। ਜਿਹੜੀ ਆਪਾਂ ਅੱਗੇ ਦੇਖਿਆ ਪੜ੍ਹ ਕੇ ਵੀ ਆਇਆ ਹੁਣ ਕਾਫੀ ਦੇਖੋ ਮਿਨਿਸਟਰੀ ਦੀ ਸ਼ੁਰੂਆਤ ਦੇਣ ਲਈ ਹੈ ਨਾ, ਤੇ ਉਹਨੇ ਧਰਤੀ ਤੇ ਅਸਮਾਨ ਦੋਵਾਂ ਦੀ ਆਪ ਜ਼ਰੂਰੀ ਸੀ ਕਿ ਮਸੀਹ ਦੋਸ਼ ਰਹਿਤ ਲਾ ਹੋਣ ਕਰਕੇ ਇਨਸਾਨੀਅਤ ਦੇ ਗੁਨਾਹ ਨੂੰ ਸੁਗੰਧੀ ਭਰਿਆ ਧੂਫ ਬਣ ਸਕੇ, ਕਿਉਂਕਿ ਉਹ ਕੁਰਬਾਨੀ ਉਹਦੀ ਕਬੂਲੀ ਜਾ ਸਕੇ। ਫਿਰ ਅਸੀਂ ਇਹਨੂੰ ਹੀਬਰੂ ਜਿਹੜਾ ਆਪਾਂ ਕਹਿੰਦੇ ਇਬਰਾਨੀਆਂ ਉਹਦੇ 12 ਚੈਪਟਰ ਦੇ 6ਵੇਂ ਤੋਂ 8ਵੇਂ ਆਇਤ ਵਿੱਚ ਵੀ ਦੇਖਦੇ ਹਾਂ, ਕਿਉਂਕਿ ਅਸੀਂ ਦੇਖਦੇ ਹਾਂ ਕਿ ਉਹ ਬਾਪ ਉਸੇ ਨੂੰ ਤਾੜਦਾ ਹੈ
उस प्यार करता है ते जिन्हों वो कबूल करता है तो उन्होंने कोल्ड भी मारता है। तुसी सहारा जो मंगते हो ते फिर ताड़ना भी सहारनी होगी। प्रभु तुहाडे नाल पुत्तां धीआं वांगू वरसदा है ते तुसी पर तुसी उहदी ताड़ना तो जे वांझे रह गए ते फिर तुसी पुत्र नहीं बल्कि हराम दे खवाओगे। ते ਅਸੀਂ ਇੱਥੇ ਇਹ ਚੀਜ਼ ਦੇਖੀ ਆ ਕਿ ਮਤਲਬ ਤਾੜ ਜਿਹੜੀ ਆ मतलब ਜਿਹਨੂੰ ਕਹਿੰਦੇ ਕਿ ਸਜ਼ਾ ਨਹੀਂ ਕਿਹਾ ਜਾ ਸਕਦਾ, ਤਾੜ ਨਾਲ ਡਿਸਪਲਿਨ ਕਹਿ ਸਕਦਾ, ਕਰੈਕਸ਼ਨ ਕਿਹਾ ਜਾ ਸਕਦਾ, ਘੂਰੀ ਨੂੰ ਕਿਹਾ ਜਾ ਸਕਦਾ। ਉਹ ਖੁਦਾਵੰਦ ਯਿਸੂ ਮਸੀਹ ਵੀ ਉਹਦੇ ਵਿੱਚੋਂ ਮਤਲਬ ਡਿਸਪਲਿਨ ਦੇ ਤਰੀਕੇ ਦੇ ਵਿੱਚੋਂ ਨਿਕਲੇ ਆ। ਮਤਲਬ ਆਪਣਾ ਐਗਜ਼ਾਮ ਉਹਨਾਂ ਨੂੰ ਪਾਸ ਕਰਨਾ ਪਿਆ, ਸਕੂਲਿੰਗ ਉਹਨਾਂ ਨੂੰ ਵੀ ਆਪਣੀ ਕਰਨੀ ਪਈ ਹੈ ਨਾ। ਫਿਰ ਉਹਨਾਂ ਨੇ ਆਪਣਾ ਜਿਹੜਾ ਮਿਨਿਸਟਰੀ ਦਾ ਕੰਮ ਸ਼ੁਰੂ ਕੀਤਾ, ਪਹਿਲਾਂ ਉਹ ਪਾਖਰੂ ਦੀ ਉਸ ਤਾੜ ਨਾਲ ਵਿੱਚੋਂ ਨਿਕਲੇ ਨਾ। दरअसल ਅਸੀਂ ਦੇਖਦੇ ਕਿ ਪਿਤਾ ਜਦੋਂ ਸਾਡੇ ਸਰੀਰਕ ਪਿਤਾ ਜਿਹੜਾ ਕਿ ਸਾਡਾ ਜਿਸਮਾਨੀ ਪਿਤਾ ਹੁੰਦਾ ਹੈ ਨਾ, ਜਦੋਂ ਉਹ ਸਾਡੀ ਅਸੀਂ ਉਹਦੀਆਂ ਇੱਛਾਵਾਂ ਦਾ ਜੇ ਅਸੀਂ ਆਦਰ ਨਹੀਂ ਕਰਦੇ ਤੇ ਉਹ ਜੇ ਸਾਨੂੰ ਨਹੀਂ ਤਾੜਦਾ ਤੇ ਆਮ ਲੋਕਾਂ ਨੂੰ ਇਹ ਕਹਿਣ ਦਾ ਮੌਕਾ ਮਿਲਦਾ ਕਿ ਇਹਦੇ ਇਦਾਂ ਨਹੀਂ, ਇਹਨੂੰ ਲੱਗਦਾ ਨਹੀਂ ਕਿ ਇਹਦੇ ਆਪਣੇ ਬੱਚੇ ਆ। ਇਦਾਂ ਤਾਂ ਕੋਈ ਕਿਸੇ ਦੇ ਬੱਚੇ ਨੂੰ ਵੀ ਨਹੀਂ ਕਰਦਾ, ਉਹਨਾਂ ਨੂੰ ਵੀ ਉਹ ਅੱਛੇ ਤਰੀਕੇ ਦੀ ਜ਼ਿੰਦਗੀ ਦੇ ਦਿੰਦਾ, ਉਹਨਾਂ ਨੂੰ ਤਾੜਦਾ। ਕਿਉਂਕਿ ਕਲਾਮ ਚ ਕਿਹਾ ਹੋਇਆ ਕਿ ਬੱਚੇ ਦੀ ਤਬੀਅਤ ਇਸੇ ਤਰ੍ਹਾਂ ਕਰਕੇ ਬੁੱਢਾ ਹੋਣ ਤੱਕ ਜਿਹੜਾ ਨਾ ਉਹਨੂੰ ਉਹਦੇ ਕੰਮ ਆਵੇ। ਤੇ ਪਰ ਫਿਰ ਆਤਮਿਕ ਪਿਤਾ ਦਾ ਆਦਰ ਕਰਨਾ ਕਿੰਨਾ ਹੋਰ ਜ਼ਿਆਦਾ ਜ਼ਰੂਰੀ ਹੈ ਤੇ ਜਿਹੜਾ ਕਿ ਸਾਨੂੰ ਇੱਥੇ ਨਜ਼ਰ ਆਉਂਦਾ ਖੁਦਾ ਯਿਸੂ ਮਸੀਹ ਦੇ ਉਹਦੇ ਚ ਕਰਦੇ। ਇੱਕ ਬਾਲ ਜਦੋਂ ਹੁੰਦੇ ਆ, ਪੁੱਤਰ ਹੁੰਦੇ, ਉਦੋਂ ਪਿਤਾ ਦਾ ਆਦਰ ਕਰਦੇ ਵੀ ਨਜ਼ਰ ਆਉਂਦੇ ਆ ਨਾ। ਦਰਅਸਲ ਉਜਾੜ ਇਹਨੂੰ ਆਪਾਂ ਕਹਿੰਦੇ ਆ ਕਿ ਰੂਹ ਉਹਨਾਂ ਨੂੰ ਮਤਲਬ ਉਜਾੜ ਚ ਲੈ ਗਿਆ। ਉਜਾੜ ਦਰਅਸਲ ਇੱਥੇ ਮੁਸ਼ਕਿਲਾਂ ਭਰੇ ਵਕਤ ਨੂੰ ਕਿਹਾ ਗਿਆ ਹੈ ਨਾ। ਇੱਥੇ ਜਦੋਂ ਸਾਡੇ ਤੇ ਆਉਂਦੀ ਆ ਪ੍ਰਤਿਆਵਾ, ਜਦੋਂ ਸਾਡੇ ਤੇ ਇੱਕ ਐਗਜ਼ਾਮ ਦਾ, ਜਦੋਂ ਤੁਸੀਂ ਦੇਖਿਆ ਕਿ ਕੋਈ ਨੇ ਇਮਤਿਹਾਨਾਂ ਚ ਬੈਠਣਾ ਹੋਵੇ ਤਾਂ ਉਹ ਇੱਧਰ ਉੱਧਰ ਗੇੜੇ ਲਾ ਰਿਹਾ, ਪੜ੍ਹ ਰਿਹਾ ਮੈਨੂੰ ਐਗਜ਼ਾਮ ਦੇ ਵਿੱਚ ਸਵਾਲ ਹੋਣਾ, ਉਹ ਮੈਨੂੰ ਯਾਦ ਹੋ ਜਾਵੇ, ਮੈਨੂੰ ਪਤਾ ਹੋ ਜਾਵੇ, ਮੈਨੂੰ ਪਤਾ ਹੋਵੇ ਤਾਂ ਕਿ ਮੈਂ ਉਦੋਂ ਕਰ ਸਕਾਂ। ਸੋ ਇੱਕ ਸਾਨੂੰ ਉਜਾੜ ਦੇ ਵਿੱਚ ਮੁਸ਼ਕਿਲਾਂ ਭਰਿਆ ਵਕਤ ਜਿਹੜਾ ਮੌਕਾ ਸਾਨੂੰ ਨਜ਼ਰ ਆਉਂਦਾ, ਪਰ ਉਹ ਇਹ ਮੌਕਾ ਖੁਦ ਸਾਨੂੰ ਖੁਦਾਈ ਮਤਲਬ ਦਿੰਦਾ, ਪਾਕਰੂ ਤਰਾਸ਼ਦਾ ਹੈ ਸਾਨੂੰ ਉਸ ਮੌਕੇ ਦੇ, ਤਾਂ ਕਿ ਜਿਹੜਾ ਟਰਸਟ ਰੂਪ ਵੀ ਯਕੀਨ ਜਿਹਨੂੰ ਆਪਾਂ ਕਹਿੰਦੇ ਉਹਨੂੰ ਵਰਤੋਂ ਵਿੱਚ ਲਿਆ ਕੇ ਕਾਮਯਾਬੀ ਹਾਸਲ ਕਰਕੇ ਅਸੀਂ ਮਤਲਬ ਆਪਣੀ ਜਿਹੜੀ ਜ਼ਿੰਦਗੀ ਦਾ ਸਾਡਾ ਅਗਲਾ ਨਿਸ਼ਾਨਾ ਹੁੰਦਾ, ਅਸੀਂ ਉਹਦੇ ਲਈ ਖੁਸ਼ਹਾਲ ਹੋ ਸਕੀਏ, ਉਹਨੂੰ ਅਸੀਂ ਠੀਕ ਤਰੀਕੇ ਦੇ ਨਾਲ ਅਸੀਂ ਜਿਹੜਾ ਜਿੱਤ ਸਕੀਏ, ਠੀਕ ਤਰੀਕੇ ਨਾਲ ਉਹਨੂੰ ਗੁਜ਼ਾਰਨਾ ਸਿੱਖ ਸਕੀਏ, ਹਨਾ। ਫਿਰ ਅਸੀਂ ਇਸੇ ਜਿਹਨੂੰ ਅਸੀਂ ਉਜਾੜ ਮਤਲਬ ਔਖਾਈ ਦਾ ਟਾਈਮ ਜਿਹੜਾ ਰੋਜ਼ਾ ਰੱਖਣ ਤੋਂ ਬਾਅਦ ਜਦੋਂ ਪ੍ਰਤਿਆਵੇ ਹੋ ਗਿਆ, ਅਸੀਂ ਇਹਨੂੰ ਪਦਾਇਸ਼ ਜਿਹੜੀ ਉਹਦੇ 37 ਚੈਪਟਰ ਯੂਸਫ ਦੀ ਕਹਾਣੀ ਸਾਰੇ ਜਾਣਦੇ ਆ। ਅਸੀਂ ਉਹਦੇ ਵਿੱਚ ਵੀ ਅਸੀਂ ਉਹਨੂੰ ਦੇਖਿਆ ਕਿ ਜਾਣਦਾ ਕਿ ਉਹਦੇ ਭਰਾ ਨੇ ਉਹਨੂੰ ਵੇਚਿਆ, ਉਹਨੂੰ ਇਸ ਗਲਤ ਉਹਦੇ ਨਾਲ ਵਿਹਾਰ ਕੀਤਾ, ਔਰ ਪਰਮੇਸ਼ਰ ਦੇ ਉਹਨੂੰ ਸਕੂਲਿੰਗ ਯੂਨੀਵਰਸਿਟੀ ਜਿੱਥੇ ਕਿ ਆਖਰੂ ਚੇਲਿਆਂ ਨੂੰ ਤੇ ਖਾਦਮ ਤਿਆਰ ਕਰਦਾ ਹੈ, ਉਹਨੂੰ ਵੀ ਉਹਦੇ ਵਿੱਚੋਂ ਆਪਣੀ ਮਤਲਬ ਜਿਹੜੀ ਉਹਨੇ ਕੰਮ ਕਰਨਾ ਸੀ ਬਾਅਦ ਵਿੱਚ ਖੁਦਾ ਦੀ ਪਲਾਨ ਦਾ, ਉਹਦੇ ਵਿੱਚ ਉਹਨੂੰ ਕਰਨਾ ਪਿਆ ਤੇ ਉਹ ਚੀਜ਼ ਵੀ ਉਹਨੇ ਪ੍ਰਾਪਤ ਕੀਤੀ। ਇਸੇ ਤਰ੍ਹਾਂ ਅਸੀਂ ਇਹਦੇ ਅੱਗੇ ਦੇਖਦੇ ਹਾਂ ਮਤਲਬ ਚੌਥੇ ਚੈਪਟਰ ਦੀ ਦੂਸਰੀ ਤੀਸਰੀ ਆਇਤ ਕਿ ਉਹਨੂੰ ਭੁੱਖ ਲੱਗੀ ਕਿ ਸ਼ੈਤਾਨ ਨੂੰ ਸਾਡੀਆਂ ਸਾਰਿਆਂ ਦੀਆਂ ਕਮਜ਼ੋਰੀਆਂ ਭਲੀ ਭਾਂਤ ਜਾਣੂ ਹੁੰਦੀਆਂ, ਚੰਗੀ ਤਰ੍ਹਾਂ ਪਤਾ ਹੁੰਦਾ ਕਿ ਸਾਨੂੰ ਭੁੱਖ ਲੱਗੀ ਜਾਂ ਸਾਨੂੰ ਪਿਆਸ ਲੱਗੀ, ਜਾਂ ਸਾਨੂੰ ਸਾਡੀ ਦਿਲ ਦੀ ਕਮਜ਼ੋਰੀ ਕਿਹੜੀ ਆ, ਦਿਮਾਗ ਦੀ ਕਮਜ਼ੋਰੀ ਕਿਹੜੀ, ਸਰੀਰ ਦੀ ਕਮਜ਼ੋਰੀ ਕਿਹੜੀ ਆ। ਇਸ ਕਰਕੇ ਕਿਉਂਕਿ ਉਹਨੂੰ ਸਾਡੀਆਂ ਸਾਰੀਆਂ ਮਤਲਬ ਕਮਜ਼ੋਰੀਆਂ ਦਾ, ਸਾਡੀਆਂ ਅਰਜੈਂਟ ਜ਼ਰੂਰਤਾਂ ਦਾ ਵੀ ਪਤਾ ਹੁੰਦਾ ਕਿ ਇਹਦੀ ਜਿਹੜੀ ਆ ਨਾ ਪੂਰੀ ਹੋਣ ਵਾਲੀ ਕਿਹੜੀ ਜ਼ਰੂਰਤ ਹੈਗੀ, ਅਰਜੈਂਟ ਜ਼ਰੂਰਤ ਕਿਹੜੀ ਹੈਗੀ ਹੈ ਨਾ। ਸੋ ਇਸ ਕਰਕੇ ਇਸੇ ਤਰ੍ਹਾਂ ਅਗਰ ਉਹਨੂੰ ਸ਼ੈਤਾਨ ਨੂੰ ਖੁਦਾ ਯਿਸੂ ਮਸੀਹ ਦੀ ਜਿਹੜੀ ਇਲਾਹੀ ਆਦਮੀਅਤ ਨੇਚਰ, ਜਿਹੜੀ ਆਦਮੀਅਤ ਸੁਭਾਅ, ਆਦਮੀਅਤ ਜਿਹੜੀ ਜਿਸਮ ਦੀ ਜ਼ਰੂਰਤ ਦਾ ਵੀ ਉਹਨੂੰ ਪਤਾ ਸੀ, ਉਹਨੂੰ ਭੁੱਖ ਲੱਗੀ ਹੋਈ ਹੈ। ਅਸੀਂ ਦੇਖਦੇ ਕਿ ਬਾਕੀ ਜਿਹੜੇ ਇਨਸਾਨੀ ਉਹਨਾਂ ਦੀ ਜਿਸਮਾਨੀ ਭੁੱਖ ਪਿਆਸ ਬਾਬਤ ਇਹਨੂੰ ਜਾਣਦਾ ਹੈ, ਤੇ ਇਸੇ ਤਰ੍ਹਾਂ ਉਹਨਾਂ ਬਾਰੇ ਵੀ ਜਾਣਦਾ ਸੀ ਕਿ ਯਿਸੂ ਨੂੰ ਨੀਂਦ, ਭੁੱਖ, ਪਿਆਸ ਤੇ ਇਸ ਵੇਲੇ ਆਰਾਮ ਦੀ ਜ਼ਰੂਰਤ ਸੀ ਪੂਰੇ 40 ਦਿਨਾਂ ਦੇ ਰੋਜ਼ੇ ਤੋਂ ਬਾਅਦ। ਤੇ ਉਹ ਇਸ ਕਰਕੇ ਉਹਨਾਂ ਦਾ ਭੁੱਖਾ ਹੋਣਾ ਵੀ ਲਾਜ਼ਮੀ ਸੀ, ਥੱਕਿਆ ਹੋਣਾ ਵੀ ਲਾਜ਼ਮੀ ਸੀ, ਕਿਉਂਕਿ ਉਹ ਇਨਸਾਨੀ ਰੂਪ ਦੇ ਵਿੱਚ ਸੀ। ਉਸੇ ਵਕਤ ਸ਼ੈਤਾਨ ਨੇ ਆ ਕੇ ਕਿਹਾ ਕਿ ਤੂੰ ਖੁਦਾ ਦਾ ਪੁੱਤਰ ਹੈ, ਕਹਿ ਪੱਥਰਾਂ ਨੂੰ ਕਿ ਬਣ ਜਾਣ ਰੋਟੀ, ਹਨਾ। ਸੋ ਮਤਲਬ ਉਹਨੇ ਜੇ ਉਹ ਖੁਦਾਵੰਦ ਉਸ ਵੇਲੇ ਜਿਸਮਾਨੀ ਰੂਪ ਦੀ ਬਜਾਏ ਰੂਹਾਨੀ ਰੂਪ ਚ ਹੁੰਦੇ ਤੇ ਉਹ ਫੌਰਨ ਉਹਨਾਂ ਨੂੰ ਨਾ ਤਾਂ ਰੋਟੀ ਦੀ ਭੁੱਖ ਲੱਗਣੀ ਸੀ, ਕਿਉਂਕਿ ਰੂਹ ਨੂੰ ਭੁੱਖ ਰੋਟੀ ਦੀ ਨਹੀਂ ਲੱਗਦੀ, ਤੇ ਨਾ ਹੀ ਉਹਨਾਂ ਨੂੰ ਪਿਆਸ ਲੱਗਣੀ ਸੀ, ਨਾ ਉਹਨਾਂ ਨੂੰ ਥਕਾਵਟ ਹੋਣੀ ਸੀ। ਪਰ ਕਿਉਂਕਿ ਉਹਨਾਂ ਨੇ ਇਨਸਾਨੀ ਰੂਪ ਦੇ ਵਿੱਚ ਹੀ ਉਹ ਅਰਥ ਦੇਣਾ ਸੀ ਆਪਣੀ ਜ਼ਿੰਦਗੀ ਦਾ ਖੁਦਾ ਬਾਪ ਵਾਸਤੇ, ਇਸ ਕਰਕੇ ਉਹਨਾਂ ਨੂੰ ਉਸ ਵੇਲੇ ਇਨਸਾਨੀ ਰੂਪ ਦੇ ਵਿੱਚ ਹੀ ਰਹਿਣਾ ਭੁੱਖਿਆ ਤੇ ਜ਼ਰੂਰੀ ਸੀ, ਜਿਹੜਾ ਕਿ ਉਹਨਾਂ ਨੇ ਉਹ ਐਗਜ਼ਾਮ ਪਾਸ ਕੀਤਾ। ਸਾਨੂੰ ਨਜ਼ਰ ਆਉਂਦਾ ਨਾ
ਤੇ ਮਤਲਬ ਸਾਨੂੰ ਇੱਥੇ ਯਿਸੂ ਮਸੀਹ ਨੇ ਇਨਸਾਨ ਵਾਂਗੂ ਸੋਚ ਕੇ ਸ਼ੈਤਾਨ ਨੂੰ ਜਵਾਬ ਕਿ ਜਿਹੜਾ ਨਾ ਮਤਲਬ ਦਿੱਤਾ ਕਿ ਯਿਸੂ ਮਸੀਹ ਨੇ ਉਹਨੂੰ ਕਿਉਂਕਿ ਉਹ ਦੋਸ਼ ਰਹਿਤ ਇਨਸਾਨ ਦੀ ਦੋਸ਼ ਰਹਿਤ ਮਤਲਬ ਆਦਮੀ ਦੀ ਗੱਲ ਹੋ ਰਹੀ ਉਹਦੇ ਰੂਪ ਵਿੱਚ ਕਿਉਂਕਿ ਉਹਨੇ ਦੋਸ਼ ਰਹਿਤ ਆਦਮੀ ਦੇ ਰੂਪ ਦੇ ਵਿੱਚ ਉਹਨੇ ਕ੍ਰੋਸ ਦੇ ਉੱਤੇ ਚੜ੍ਹਨਾ ਸੀ ਸੂਲੀ ਉੱਤੇ ਚੜ੍ਹਨਾ ਸੀ ਨਾ ਕਿ ਰੱਬ ਨੂੰ ਤੇ ਸੂਲੀ ਤੇ ਚੜ੍ਹਨ ਦੀ ਲੋੜ ਹੀ ਕੋਈ ਨਹੀਂ ਇਨਸਾਨ ਨੂੰ ਲੋੜ ਸੀ ਇੱਕ ਲੇਲੇ ਦੇ ਰੂਪ ਵਿੱਚ ਉਹ ਵੀ ਖੁਦਾ ਯਿਸੂ ਦੇ ਪਲੋਠੇ ਨੂੰ ਕਿਉਂਕਿ ਉਹਨੇ ਉਸ ਰੂਪ ਚ ਆਉਣਾ ਸੀ ਕਰਕੇ ਉਹਨੇ ਉਸੇ ਰੂਪ ਦੇ ਵਿੱਚ ਆਪਣੇ ਉੱਤੇ ਦੁੱਖ ਹੰਢਾਇਆ ਤੇ ਉਹਨੇ ਜਵਾਬ ਦਿੱਤਾ ਕੀ ਜਵਾਬ ਦਿੱਤਾ ਉਹਨੇ ਮਤਲਬ ਉਹਨੇ ਕਿਉਂਕਿ ਕੁਰਬਾਨੀ ਦੇਣੀ ਸੀ ਇਨਸਾਨ ਬਣ ਕੇ ਉਸ ਲੇਲੇ ਦੀ ਜਿਹੜੀ ਕਿ ਉਹਨੇ ਅਸੀਂ ਕਿਹਾ ਕਿ ਪਰ ਪਿਤਾ ਜਿਹੜਾ ਕਲਾਮ ਆ ਉਹ ਇਹ ਵੀ ਕਹਿੰਦਾ ਹੈ ਕਿ ਹਰ ਜਿਹੜਾ ਬਚਨ ਆ ਖੁਦਾ ਦੀ ਜ਼ੁਬਾਨ ਦੇ ਵਿੱਚੋਂ ਜਿਹੜਾ ਨਿਕਲਿਆ ਹੈ ਉਹ ਹੀ ਜਿਹੜਾ ਨਾ ਉਹ ਪੂਰਾ ਕਰਦਾ ਭੁੱਖ ਨੂੰ ਇੱਥੇ ਸ਼ੈਤਾਨ ਅੱਜ ਵੀ ਕਰਦਾ ਉਹ ਗੱਲਾਂ ਕਰਦਾ ਅੱਜ ਵੀ ਹਰ ਕਿਸੇ ਨੂੰ ਕਹਿੰਦਾ ਕਿ ਕਿਹੜਾ ਆਪਣੇ ਰੱਬ ਨੂੰ ਤੇਰਾ ਪੂਰਾ ਕਰਦੇ ਕੰਮ ਖਾਸ ਕਰਕੇ ਇਹ ਉਹਨਾਂ ਨੂੰ ਜਿਹੜੇ ਅਜੇ ਖੁਦਾ ਨੂੰ ਜਾਣਨਾ ਨਹੀਂ ਚਾਹੁੰਦੇ ਜਾਂ ਖੁਦਾ ਨੂੰ ਜਾਣ ਚੁੱਕੇ ਹੋਏ ਆ ਪਰ ਫਿਰ ਐਕਚੁਅਲੀ ਉਹਦੀ ਮਰਜ਼ੀ ਨਹੀਂ ਆਪਣੇ ਆਪ ਤੇ ਜਾਣਦੇ ਹਨਾ ਸ਼ੈਤਾਨ ਮੈਂ ਅਕਸਰ ਅੱਜ ਚੀਜ਼ ਦੇਖਦੀ ਹਾਂ ਕਿ ਮੈਨੂੰ ਬਹੁਤ ਜਿਹੜੇ ਮੇਰੇ ਆਪਣੇ ਕਰੀਬੀ ਰਿਸ਼ਤੇਦਾਰ ਕਹਿ ਦਿੰਦੇ ਆ ਮਤਲਬ ਚੀਜ਼ਾਂ ਲਿਆ ਕੇ ਕਹਿੰਦੇ ਕਿ ਤੇਰਾ ਜੀਸਸ ਜਿਹੜਾ ਆ ਉਹ ਬੱਚਿਆਂ ਦੇ ਹਸਪੀਟਲ ਬੱਚਿਆਂ ਨਾਲ ਭਰੇ ਪਏ ਆ ਉਹਨਾਂ ਨੂੰ ਬਿਮਾਰੀ ਤੇ ਕਿਹੜਾ ਕੀ ਕਰਦਾ ਉਹਨਾਂ ਵਿਚਾਰਿਆਂ ਨੇ ਕੀ ਵਿਗਾੜਿਆ ਜਿਹੜਾ ਅੱਜ ਕੱਲ੍ਹ ਜੰਮਿਆ ਜਾਂਦੇ ਜੰਮੇ ਨਹੀਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਉਹ ਜਿਹੜੇ ਨਵਜੰਮੇ ਬੱਚੇ ਆ ਉਹ ਜਦੋਂ ਬੁਰਾਈ ਦੇ ਵਿੱਚ ਹੀ ਪੈਦਾ ਹੋਇਆ ਬੁਰਾਈਆਂ ਦੇ ਜਿਹੜੇ ਐਕਸ਼ਨਸ ਆ ਉਹਨਾਂ ਦੇ ਦੌਰਾਨ ਹੀ ਤੇ ਖੁਦਾ ਨਹੀਂ ਚਾਹੁੰਦਾ ਕਿ ਉਹਨਾਂ ਨੂੰ ਸਜ਼ਾ ਦੇ ਇਸ ਕਰਕੇ ਉਹਨਾਂ ਨੂੰ ਜਲਦੀ ਲੈ ਜਾਂਦਾ ਹੈ ਇਸ ਕਰਕੇ ਉਹਨਾਂ ਨੂੰ ਬਿਮਾਰੀ ਦੇ ਥਰੂ ਥੋੜੇ ਜਿਹੇ ਸਾਲਾਂ ਦੇ ਵਿੱਚ ਹੀ ਉਹ ਅਗਰ ਨਹੀਂ ਠੀਕ ਹੁੰਦੇ ਤੇ ਕਿਉਂਕਿ ਕਿਹਾ ਗਿਆ ਕਿ ਬਾਸਕਟ ਐਸਾ ਨਹੀਂ ਕੀ ਹੈ ਜਦੋਂ ਕੋਈ ਛੋਟਾ ਬੱਚਾ ਜਿਹੜਾ ਨਾ ਉਹ ਮਤਲਬ ਬੱਚੇ ਦੇ ਰੂਪ ਦੇ ਵਿੱਚ ਹੀ ਖੁਦਾ ਕੋਲ ਚਲਾ ਜਾਂਦਾ ਤੇ ਉਹ ਬਾਸਕਟ ਉਹ ਸਿੱਧਾ ਖੁਦਾ ਦੀ ਗੋਦੀ ਵਿੱਚ ਪਹੁੰਚਦਾ ਇਹ ਚੀਜ਼ ਲੋਕਾਂ ਨੂੰ ਨਹੀਂ ਪਤਾ ਪਰ ਉਹ ਮਤਲਬ ਏਦਾਂ ਅੱਜ ਸ਼ੈਤਾਨ ਨੇ ਹੋਰ ਬਹੁਤ ਜਿਹੜੇ ਮਿਲਿਆ ਤੁਹਾਡੇ ਲਈ ਯੂਜ਼ ਕਰਕੇ ਕਹਿੰਦਾ ਤੇਰਾ ਰੱਬਾ ਕਿਉਂ ਨਹੀਂ ਕਰਦਾ ਕਿਉਂਕਿ ਉਹਨੇ ਸਾਨੂੰ ਉਸੇ ਤਰੀਕੇ ਦੇ ਨਾਲ ਕਰਨਾ ਹੁੰਦਾ ਜਿਸ ਤਰ੍ਹਾਂ ਉਹਨੇ ਖੁਦਾਵੰਦ ਯਿਸੂ ਮਸੀਹ ਨੂੰ ਇੱਥੇ ਐਲਾਨ ਕੀਤਾ ਨਾ ਅਸੀਂ ਦੇਖਦੇ ਕਿ ਮਤਲਬ ਸ਼ੈਤਾਨ ਜਿਹੜਾ ਨਾ ਉਹ ਜਿਹੜੇ ਮਤਲਬ ਸਾਨੂੰ ਕਲਾਮ ਦੇ ਵਿੱਚ ਵੀ ਇੱਥੇ 3 ਤਰ੍ਹਾਂ ਦੀ ਜਿਹੜੀ ਚੀਜ਼ ਮਿਲਦੀ ਹੈਗੀ ਹੈ ਸਾਨੂੰ ਇੱਥੇ ਇਹ ਨਹੀਂ ਕਿ ਹਰ ਜਿਹੜੀ ਕਲਾਮ ਦੇ ਵਿੱਚ ਪੂਰਾ ਖੁਦਾ ਦੀ ਹੋਈ ਸਾਰੀ ਗੱਲ ਹੋ ਰਹੀ ਇੱਥੇ ਜਿਹੜੇ ਖੁਦਾ ਵਿਰੋਧੀ ਲੋਕੀ ਆ ਉਹਨਾਂ ਦੀ ਵੀ ਗੱਲ ਹੋਈ ਆ ਇੱਥੇ ਕਾਇਨ ਦੀ ਵੀ ਗੱਲ ਹੋਈ ਆ ਹਨਾ ਜਿਵੇਂ ਕਿ ਮਤਲਬ ਖੁਦਾ ਦੀ ਮਰਜ਼ੀ ਨੂੰ ਨਹੀਂ ਮੰਨਿਆ ਹਨਾ ਕਿਉਂਕਿ ਕਾਇਨ ਦੀ ਗੱਲ ਹੋਈ ਆ ਕਲਾਮ ਨੇ ਬੇਸ਼ੱਕ ਕੀਤੀ ਪਰ ਗੱਲ ਤਾਂ ਉਹਦੀ ਹੋਈ ਆ ਐਸੇ ਤਰ੍ਹਾਂ ਇੱਥੇ ਸ਼ੈਤਾਨ ਦੀ ਵੀ ਗੱਲ ਹੋਈ ਆ ਦੱਸਿਆ ਕਿ ਸ਼ੈਤਾਨ ਨੇ ਆ ਕੇ ਉਹਨੂੰ ਕੀ ਕਿਹਾ ਹਨਾ ਸੋ ਤਾਂ ਕਿ ਅਸੀਂ ਆਪਣੇ ਰੋਜ਼ ਦੀਆਂ ਜ਼ਿੰਦਗੀਆਂ ਦੇ ਵਿੱਚ ਇਹ ਸਿੱਖ ਸਕੀਏ ਕਿ ਜਿਹੜਾ ਬਾਈਬਲ ਜਿਹੜਾ ਕਲਾਮ ਹੈ ਉਹ ਜਿਹੜੇ ਖੁਦਾ ਦੇ ਨਾ ਆਗਿਆਕਾਰੀ ਲੋਕੀ ਆ ਉਹਨਾਂ ਦੀ ਵੀ ਜ਼ਿੰਦਗੀ ਨੂੰ ਬਿਆਨ ਕਰਦਾ ਜਿਹੜੇ ਆਗਿਆਕਾਰੀ ਆ ਉਹਨਾਂ ਦੀ ਜ਼ਿੰਦਗੀ ਨੂੰ ਵੀ ਬਿਆਨ ਕਰਦਾ ਤੇ ਸ਼ੈਤਾਨ ਦੇ ਉਸ ਚਾਲਾਂ ਨੂੰ ਵੀ ਬਿਆਨ ਕਰਦਾ ਜਿਨ੍ਹਾਂ ਨੂੰ ਉਹਨੇ ਖੁਦਾ ਯਿਸੂ ਮਸੀਹ ਉੱਤੇ ਵੀ ਜਾਲ ਨੂੰ ਸੁੱਟਣ ਤੋਂ ਉਹਨੇ ਤੌਬਾ ਨਹੀਂ ਕੀਤੀ ਕਿਉਂਕਿ ਤੌਬਾ ਵਾਲਾ ਨਹੀਂ ਹੈਗਾ ਨਾ ਇਸ ਕਰਕੇ ਸਾਨੂੰ ਕਲਾਮ ਦੇ ਵਿੱਚ ਸਾਰੀਆਂ ਚੀਜ਼ਾਂ ਉਹਨੂੰ ਮਿਲਦੀਆਂ ਹਨਾ ਤੇ ਅਸੀਂ ਤੇ ਦੇਖਦੇ ਕਿ ਜਦੋਂ ਜਿਸ ਤਰ੍ਹਾਂ ਹੁਣ ਦੇਖੀਏ ਕਿ ਖੁਦਾਵੰਦ ਯਿਸੂ ਮਸੀਹ ਨੇ ਮਤਲਬ ਉਹ ਇਮੋਸ਼ਨ ਦੇ ਨਾਲ ਨਹੀਂ ਟਾਕਰਾ ਕੀਤਾ ਸ਼ੈਤਾਨ ਦਾ ਮਤਲਬ ਭਾਵੁਕ ਹੋ ਕੇ ਨਹੀਂ ਕੀਤਾ ਉਹਨਾਂ ਨੇ ਵਚਨ ਦੇ ਵਿੱਚ ਭਰ ਕੇ ਵਚਨ ਬੰਦਗੀ ਕਰਕੇ ਉਹਦਾ ਟਾਕਰਾ ਕੀਤਾ ਵਚਨ ਦੇ ਰਾਹੀਂ ਉਹਦਾ ਟਾਕਰਾ ਕੀਤਾ ਭਾਵੇਂ ਭੁੱਖੇ ਸੀ ਤੇ ਆਏ ਸੀ ਤੇ ਉਹ ਆਰਾਮ ਤੋਂ ਉਹਨਾਂ ਦੀ ਲੋੜ ਸੀ ਨਾ ਆਰਾਮ ਦੀ ਤੇ ਇਸ ਕਰਕੇ ਪਰ ਉਹ ਸਾਨੂੰ ਨਜ਼ਰ ਆਉਂਦਾ ਕਿ ਉਹਨਾਂ ਨੇ ਵਚਨ ਰਾਹੀਂ ਹੀ ਉਸ ਸਵਾਲ ਦਾ ਜਵਾਬ ਵਚਨ ਦੇ ਵਿੱਚ ਦਿੱਤਾ ਹੋਣਾ ਸੋ ਅਸੀਂ ਤੇ ਦੇਖਿਆ ਕਿ ਮਤਲਬ ਇਹ ਨਹੀਂ ਹੈਗਾ ਕਿ ਸਾਨੂੰ ਇੱਥੇ ਮਤਲਬ ਸ਼ੈਤਾਨ ਦੀ ਜਿਹੜੀ ਸਿਚੁਏਸ਼ਨ ਹੈ ਉਹਦਾ ਸਾਨੂੰ ਟਾਕਰਾ ਨਹੀਂ ਕਰਨਾ ਪਏਗਾ ਪਰ ਇਹ ਕਿ ਮਤਲਬ ਸਾਨੂੰ ਹਰ ਮੁਸ਼ਕਿਲ ਤੋਂ ਬਾਹਰ ਨਿਕਲਣ ਦਾ ਰਸਤਾ ਜਿਹੜਾ ਆ ਉਹ ਪਿਤਾ ਸਾਨੂੰ ਫੌਰਨ ਦੇ ਦਿੰਦਾ ਹੈ ਤੇ ਸਾਨੂੰ ਇੰਨਾ ਕਦੇ ਵੀ ਨਹੀਂ ਪਰਤਾਉਂਦਾ ਕਿ ਅਸੀਂ ਉਹਦੀ ਜਿਹੜੀ ਅਸੀਂ ਜਿਹਦਾ ਟਾਕਰਾ ਨਾ ਕਰ ਸਕੀਏ ਨਾ ਮਤਲਬ ਕਿ ਅਸੀਂ ਦੇਖਦੇ ਸਾਡੀ ਜ਼ਿੰਦਗੀ 'ਚ ਪੂਰੀ ਤਰ੍ਹਾਂ ਅਸੀਂ ਜਦੋਂ ਕਲਾਮ ਨੂੰ ਲੈ ਆਉਂਦੇ ਹਾਂ ਨਾ ਤੇ ਫਿਰ ਅਸੀਂ ਐਕਚੁਅਲੀ ਔਰ ਜਦੋਂ ਪ੍ਰੈਕਟਿਸ ਕਰਨਾ ਸ਼ੁਰੂ ਕਰ ਦਿੰਦੇ ਆਪਣੀ ਜ਼ਿੰਦਗੀ ਤੇ ਫਿਰ ਅਸੀਂ ਉਹ ਜਿਹੜਾ ਮਾਰੂਥਲ ਹੈ ਨਾ ਜਦੋਂ ਸਾਡੀ ਜ਼ਿੰਦਗੀ ਵਿੱਚ ਜਿਹੜਾ ਮਾਰੂਥਲ ਹੁੰਦਾ ਭਾਵ ਮੁਸ਼ਕਿਲਾਂ ਦੇ ਟਾਕਰੇ ਵਿੱਚੋਂ ਜਿਹੜੀ ਸਿਚੁਏਸ਼ਨ ਪੈਦਾ ਹੋ ਕੇ ਸਾਡੀ ਜ਼ਿੰਦਗੀ 'ਚ ਇੱਕ ਅੱਛੀ ਡਿਸਿਪਲਿਨ ਭਰੀ ਜ਼ਿੰਦਗੀ ਨੂੰ ਲੈ ਕੇ ਆਉਂਦਾ ਉਹ ਹੀ ਸਾਡੀਆਂ ਡਿਗਰੀਆਂ ਹੁੰਦੀਆਂ ਉਹ ਸਾਡਾ ਜਵਾਬ ਹੁੰਦਾ ਹੈ ਨਾ ਅਸੀਂ ਦੇਖਦੇ ਕਿ ਸ਼ੈਤਾਨ ਨੇ ਚੌਥੀ ਅਸੀਂ ਫਿਰ ਜਿੱਤ ਜਾਂਦੇ ਚੌਥੀ ਅਸੀਂ ਚੌਥੇ ਪਿਛੇ ਅੱਜ ਕੀ ਦੇਖਿਆ ਕਿ ਸ਼ੈਤਾਨ ਨੇ ਯਿਸੂ ਮਸੀਹ ਨੂੰ ਕਿਹਾ ਕਿ ਆਪਣੇ ਆਪ ਨੂੰ ਥੱਲੇ ਸੁੱਟ ਦੇ ਹਨਾ ਕਿ ਆਪਣੇ ਬਾਪ ਕਿਉਂਕਿ ਕਹਿ ਕੇ ਅਸੀਂ ਪੜ੍ਹਿਆ ਨਾ ਉਹਦੇ ਵਿੱਚ ਕਿ ਉਹਨੂੰ ਕਿੰਗਰੇ ਤੇ ਲੈ ਗਿਆ ਤੇ ਉਹਨੇ ਕਿਹਾ ਥੱਲੇ ਸੁੱਟ ਦੇ ਹਨਾ ਕਿ ਤੇਰੇ ਪਿਤਾ ਦੇ ਜਿਹੜੇ ਦੂਤ ਆ ਉਹ
तेरे पैर में कह के ठोकर नहीं लगेगी ना। पर मतलब शैतान ਤੁਹਾਨੂੰ ਤੁਹਾਡੇ ਆਪਣੇ ਖਿਲਾਫ ਕਰਨ ਤੋਂ ਵੀ ਬਾਤ ਨਹੀਂ ਹੁੰਦਾ, ਤੁਹਾਨੂੰ ਤੁਹਾਡੇ ਆਪਣੇ ਆਪ ਦੇ ਖਿਲਾਫ ਕਰ ਦਿੰਦਾ ਹੈ ਕਿ ਤੁਸੀਂ ਕਿ ਜੇ ਭੁੱਖੇ ਪਿਆਸੇ ਹੋ, ਜੇ ਤਾਂ ਜਿਸਮ ਚ ਖਾਣੇ ਪੀਣੇ ਤੋਂ ਭੁੱਖੇ ਪਿਆਸੇ ਹੋ ਤੇ ਚਲੋ ਤੁਹਾਨੂੰ ਭੁੱਖ ਲੱਗੂਗੀ, ਤੁਸੀਂ ਤੁਰ ਫਿਰ ਨਹੀਂ ਸਕੋਗੇ। ਪਰ ਜੇ ਤੁਸੀਂ ਆਪ ਨਹੀਂ ਭੁੱਖੇ ਪਿਆਸੇ ਹੋ, ਕਲਾਮ ਨਾਲ ਭਰੇ ਹੋਏ ਨਾ ਹੋ, ਤਾਂ ਤੁਹਾਨੂੰ ਰੂਹ ਤੁਹਾਨੂੰ ਨਹੀਂ ਦਿੱਤੀ ਜਾ ਸਕਦਾ ਜੇ ਤੁਸੀਂ ਪਾਕ ਰੂਹ ਦੇ ਨਾਲ ਨਹੀਂ ਭਰੇ ਹੋਗੇ, ਹੈ ਨਾ। ਅਸੀਂ ਤੇ ਦੇਖਿਆ ਕਿ ਦੂਜੇ ਪਤਰਸ ਅਸੀਂ ਦੇਖਦੇ ਕਿ 30ਵੇਂ ਚੈਪਟਰ 16ਵੀਂ ਆਇਤ ਨੂੰ ਦੇਖਣਾ ਹੈ, ਪਰ ਸਾਨੂੰ ਇਹ ਦੇਖਦੇ ਕਿ ਕਿਉਂਕਿ ਸ਼ੈਤਾਨ ਤੇ ਬੋਲਡ ਆ, ਭਾਵ ਉਹ ਬੋਲਡ ਹੈ ਤੇ ਉਹ ਬੇਸ਼ਰਮ ਤੇ ਝੂਠਾ ਤੇ ਫਰੇਬੀ ਆ। ਉਹਨੂੰ ਥੋੜਾ ਪਤਾ, ਉਹਨੂੰ ਕੀ ਫਿਕਰ ਹੈ ਕਿ ਮੇਰੀ ਬੇਇੱਜ਼ਤੀ ਹੋ ਜੂਗੀ? ਨਹੀਂ, ਉਹਨੂੰ ਕੀ ਫਿਕਰ ਹੈ? ਨਹੀਂ, ਉਹਨੂੰ ਸਿਰਫ ਇਹ ਫਿਕਰ ਕਿ ਤੁਹਾਡੀ ਜਿਹੜੀਆਂ ਜ਼ਿੰਦਗੀ ਨਾ ਬਚੇ। ਦੈਟਸ ਆਲ ਇਜ਼ ਆਫਟਰ, ਨਾ ਕਿ ਤੁਹਾਡਾ ਕਰਾ ਕੀਤਾ ਕਰਾ ਕਿੱਦਾਂ ਬੁਲਾਵੇ, ਤੁਹਾਡੇ ਹੱਥ ਵਿੱਚ ਜਿਹੜੀ ਫਰਜ਼ ਕੀਤਾ ਕਿਸੇ ਨੇ ਖੈਰ ਕਾਫੀ ਦੇਰ ਤੋਂ ਮੰਗੀ ਹੈ, ਉਹਨੂੰ ਮਿਲ ਗਈ ਹੈ, ਉਹ ਕਿੱਦਾਂ ਡੋਲ ਕੇ ਖਰਾਬ ਕਰੇ। That's all is after. ਅਸੀਂ ਦੇਖਿਆ ਕਿ ਮਤਲਬ ਦੂਸਰੇ ਚੈਪਟਰ ਪਤਰਸ ਦੇ ਦੂਜੇ ਪਤਰਸ ਦੇ ਤੀਸਰੇ ਚੈਪਟਰ ਦੇ 16ਵੇਂ ਆਇਤ ਦੇਖਿਆ ਕਿ ਆਪਣੇ ਕਿਰਦਾਰ ਨੂੰ ਦੂਸਰਾ ਪੀਟਰ ਉਹਦੇ ਤੀਸਰੇ ਚੈਪਟਰ 16ਵੇਂ ਆਇਤ, ਆਪਣੇ ਕਿਰਦਾਰ ਨੂੰ ਆਪਣੇ ਅੰਤਕਰਨ ਨੂੰ ਪਵਿੱਤਰ ਕਰ, ਸ਼ੁੱਧ ਰੱਖ, ਆਪਣੇ ਤੰਬੂ ਨੂੰ अब ਜਿਹੜਾ ਸਾਡੇ ਮਤਲਬ ਖੁਦਾ ਇਹਨੂੰ ਜਿਸਮ ਨੂੰ ਤੰਬੂ ਵੀ ਕਿਹਾ ਆ ਇੱਕ ਥਾਂ ਦੇ ਉੱਤੇ ਇਹਨੇ ਪਤਰਸ ਨੇ, ਆਪਣੇ ਜਿਸਮ ਨੂੰ ਆਪਣੇ ਤੰਬੂ ਨੂੰ ਭਾਵੇਂ ਨੂੰ ਆਪਾਂ ਕਹਿੰਦੇ ਕਿ ਜਿਹੜੀਆਂ ਕਨਾਤਾਂ ਨੂੰ ਜਾਂ ਕਨਾਤਾ ਕਹਿੰਦੇ ਨਾ, ਤਾਂ ਉਹਨੂੰ ਪਾਕ ਪਵਿੱਤਰ ਰੱਖ ਤਾਂ ਕਿ ਤੇਰੀ ਜਿਹੜੀ ਚਾਲ ਆ ਸ਼ੁੱਧ ਹੋਵੇ, ਤਾਂ ਕਿ ਮਸੀਹ ਮੁਤਾਬਿਕ ਤੂੰ ਆਪਣੇ ਜਿਹੜਾ ਤੇਰਾ ਜਿਸਮ ਹੈ ਉਹਨੂੰ ਪਾਕ ਰੱਖ ਨਾ, ਤਾਂ ਕਿ ਜਦੋਂ ਤੂੰ ਮਸੀਹ ਮੁਤਾਬਿਕ ਚੱਲੇ ਤੇ ਜਿਹੜਾ ਸ਼ੈਤਾਨ ਆ ਉਹ ਸ਼ਰਮਿੰਦਾ ਹੋਵੇ, ਤਾਂ ਕਿ ਜਿਹੜੇ ਲੋਕੀ ਤੈਨੂੰ ਬੁਰਾ ਕਹਿੰਦੇ ਆ ਮਸੀਹ ਮੁਤਾਬਿਕ ਉਹ ਸ਼ਰਮਿੰਦਾ ਹੋਣ। ਕਿਉਂਕਿ ਪਰਮੇਸ਼ਰ ਦੀ ਇਹੋ ਹੀ ਭਾਵ ਹੈ ਕਿ ਚੰਗੇ ਕੰਮ ਕਰਕੇ ਦੁੱਖ ਝੱਲਣਾ, ਬੁਰੇ ਕੰਮ ਕਰਕੇ ਦੁੱਖ ਝੱਲਣਾ ਕਿਤੇ ਚੰਗਾ ਹੈ। ਮਤਲਬ ਇੰਟਰਸਟਿੰਗ ਚੀਜ਼ ਹੈ ਨਾ। ਫਿਰ ਸਾਨੂੰ ਐਸੇ ਬਾਰੇ ਅਸੀਂ ਇਹਦੀ ਚੌਥੇ ਚੈਪਟਰ 8ਵੀਂ 9ਵੀਂ ਆਇਤ ਵਿੱਚ ਦੇਖਿਆ ਕਿ ਸ਼ੈਤਾਨ ਖੁਦਾ ਨੂੰ ਵੀ ਸਾਰਾ ਸੰਸਾਰ ਦਿਖਾਉਂਦਾ ਹੈ। ਦੇਖੋ ਮਤਲਬ ਅਸੀਂ ਦੇਖਦੇ ਕਿ ਇਸ ਦੁਨੀਆ ਤੇ ਸਾਨੂੰ ਕੋਈ ਲੋਕੀ ਕੋਈ ਕਿਤੋਂ ਦੀ ਚੀਜ਼ ਭੇਜ ਕੇ ਸਾਡੇ ਅੱਗੇ ਦਿਖਾ ਦਿੰਦਾ ਕਿ ਆਹ ਦੇਖ ਲਾ ਕਿੰਨੀ ਸੋਹਣੀ ਹੈ, ਆਹ ਦੇਖ ਆ ਕਿੰਨੀ ਸੋਹਣੀ। ਸ਼ੈਤਾਨ ਉਹਨਾਂ ਨੇ ਯੂਜ਼ ਕਰਦਾ ਕਿ ਲੋਕੀ ਤੁਹਾਨੂੰ ਭੇਜਣੇ ਦੇਣੇ ਚਾਹੀਦਾ ਕਿ ਤੁਹਾਡੀ ਅੱਖਾਂ ਨੂੰ ਕੈਪਚਰ ਕਰ ਲੈਣ ਨਾ। ਮਤਲਬ ਇੱਥੇ ਸ਼ੈਤਾਨ ਨੇ ਖੁਦਾ ਨੂੰ ਵੀ ਸਾਰਾ ਸੰਸਾਰ ਦਿਖਾ ਲਿਆ ਕਿ ਉਹਨੇ ਮਤਲਬ ਦੁਨਿਆਵੀ ਚੀਜ਼ਾਂ ਵਾਲੇ ਪਾਸੇ ਲਾਇਆ। ਪਰ ਸ਼ੈਤਾਨ ਨੂੰ ਇਹ ਮਤਲਬ ਹਾਲਾਂਕਿ ਪਤਾ ਵੀ ਹੈ ਕਿ ਇਹ ਪਲੂਠਾ ਕਿਹਦਾ ਖੁਦਾ ਯਿਸੂ ਮਸੀਹ ਮਤਲਬ ਬਾਪ ਦਾ ਹੀ ਪੁੱਤਰ ਹੈਗਾ ਨਾ, ਪਰ ਉਹਨੇ ਆਪਾਂ ਪਿੱਛੇ ਹੀ ਪਹਿਲਾਂ ਪੜ੍ਹ ਕੇ ਆਇਆ ਕਿ ਉਹਨੇ ਜਦੋਂ ਹੈਰੋਦੇਸ ਦੇ ਰਾਹੀਂ ਉਹਨੇ ਸਾਰੇ ਬਾਲਾਂ ਨੂੰ ਮਰਵਾ ਕੇ ਕੋਸ਼ਿਸ਼ ਕੀਤੀ ਖਤਮ ਕਰਨ ਦੀ, ਮਤਲਬ ਇਹਨੂੰ ਕਿਉਂ ਹਟ ਗਿਆ। ਫਿਰ ਉਹ ਵੱਡਾ ਹੋ ਗਿਆ, ਫਿਰ ਉਸ ਤੋਂ ਪਿੱਛੋਂ ਜਦੋਂ ਹੁਣ ਉਹ 33 ਸਾਲ ਦੀ ਉਮਰ ਦੇ ਵਿੱਚ ਜਾ ਕੇ ਉਹਨੇ ਅਰਗ ਦੇਣਾ ਆਪਣੀ ਜ਼ਿੰਦਗੀ ਦਾ, ਹਨਾ, ਉਸ ਵੇਲੇ ਤੱਕ ਉਹ ਕੋਸ਼ਿਸ਼ ਕਰੀ ਜਾ ਰਿਹਾ, ਹਟ ਨਹੀਂ ਰਿਹਾ। ਲੇਕਿਨ ਇੰਨੇ ਜ਼ਿਆਦਾ ਸਾਨੂੰ ਟੈਨੇਸ਼ੀਅਸ ਹੋਣ ਦੀ ਲੋੜ ਆ, ਕਿਉਂਕਿ ਉਹ ਨਹੀਂ ਹਟ ਰਿਹਾ ਤਾਂ ਸਾਨੂੰ ਵੀ ਨਹੀਂ ਹਟਣ ਦੀ ਲੋੜ ਤਾਂ ਕਿ ਉਹ ਭੱਜੇ, ਹਨਾ। ਤੇ ਇਸ ਲਈ ਖੁਦਾ ਯਿਸੂ ਮਸੀਹ ਦਾ ਜਿਹੜਾ ਜਵਾਬ ਹੈ ਉਹਨੂੰ ਕਿੰਨਾ ਸਿੱਧਾ ਪੱਧਰਾ ਆ ਕਿ ਸ਼ੈਤਾਨਾਂ ਪਿੱਛੇ ਹਟ, ਕਿਉਂਕਿ ਜਦੋਂ ਖੁਦਾ ਯਿਸੂ ਮਸੀਹ ਮਤਲਬ ਦੁਨੀਆ ਤੇ ਨਹੀਂ ਬਲਕਿ ਸਵਰਗ ਦੀ ਬਾਦਸ਼ਾਹੀ ਤੋਂ ਉਹਨਾਂ ਦੀ ਸ਼ੁਰੂ ਤੋਂ ਰਹੀ ਆ ਕਿ ਉਹ ਪਿੱਛੇ ਹਟ ਜਾਂਦਾ, ਕਿਉਂਕਿ ਖੁਦਾ ਯਿਸੂ ਮਸੀਹ ਦੀ ਜਿਹੜੀ ਨਜ਼ਰ ਦੁਨੀਆ ਦੀ ਬਾਦਸ਼ਾਹੀ ਤੇ ਹੈ ਹੀ ਨਹੀਂ ਸੀ। ਉਹਦੀ ਤਾਂ ਗੋਸਪਲ ਆਫ ਜੌਨ ਨਦੀ ਜਿਹਦੇ 28ਵੇਂ ਚੈਪਟਰ 36ਵੇਂ ਆਇਤ ਵਿੱਚ ਦੇਖਦੇ ਕਿ ਯਿਸੂ ਨੇ ਕਿਹਾ ਕਿ ਮੇਰੀ ਬਾਦਸ਼ਾਹੀ ਤਾਂ ਇਸ ਦੁਨੀਆ ਤੋਂ ਨਹੀਂ, ਜੇ ਇਸ ਦੁਨੀਆ ਤੋਂ ਹੁੰਦੀ ਤਾਂ ਮੇਰੇ ਨੌਕਰ ਮੇਰੇ ਲਈ ਲੜਦੇ ਤਾਂ ਜੋ ਮੈਂ ਝੂਠ ਦੇ ਹਵਾਲੇ ਨਾ ਕੀਤਾ ਜਾਂਦਾ, ਪਰ ਮੇਰੀ ਬਾਦਸ਼ਾਹੀ ਤਾਂ ਇੱਥੋਂ ਦੀ ਨਹੀਂ। ਸੋ ਯਿਸੂ ਨੇ ਸ਼ੈਤਾਨ ਨਾਲ ਯੁੱਧ ਕੀਤਾ, ਭਾਵ ਮਾਰੂਥਲ ਡੈਜ਼ਰਟ ਵੀ ਜਿਹਨੂੰ ਆਪਾਂ ਕਹਿੰਦੇ ਆ, ਜਿਹਨੂੰ ਆਪਾਂ ਮੁਸ਼ਕਿਲਾਂ ਭਰਿਆ ਵਕਤ ਵੀ ਕਹਿੰਦੇ, ਉਹਦੇ ਵਿੱਚੋਂ ਤਾਕਤ ਜਿੱਤ ਪ੍ਰਾਪਤ ਕੀਤੀ, ਤੰਦਰੁਸਤੀ, ਤਾਂ ਕਿ ਖੁਦਾ ਦੀ ਜਿਹੜੀ ਮਿਨਿਸਟਰੀ ਆਪਾਂ ਗਾਂ ਦੇਖੀ ਆ ਨਾ ਕਿ ਮਤਲਬ ਉਹਨਾਂ ਨੇ ਅੰਨ੍ਹਿਆਂ ਨੂੰ ਅੱਖਾਂ ਦਿੱਤੀਆਂ, ਲੰਗਿਆਂ ਨੂੰ ਲੱਤਾਂ ਦਿੱਤੀਆਂ। ਅਸੀਂ ਦੇਖਿਆ ਕਿ ਉਹਨਾਂ ਨੇ ਜਿਹੜੇ ਅਮਰੀਕੀ ਵਾਲੇ ਮਰੀਜ਼ ਆ ਉਹਨਾਂ ਨੂੰ ਰਾਹਤ ਚੰਗਿਆਈ ਦਿੱਤੀ, ਤਾਂ ਕਿ ਉਹਨਾਂ ਦੀ ਜਿਹੜੀ ਸਾਰੀ ਬਾਦਸ਼ਾਹੀ ਆ, ਉਹਨਾਂ ਦੀ ਜਿਹੜੀ ਸਾਰੀ ਮਿਨਿਸਟਰੀ ਆ 3 ਸਾਲਾਂ ਦੀ, ਤਾਂ ਕਿ ਉਸ ਆਸ ਕਰਕੇ ਉਸ ਐਗਜ਼ਾਮ ਤੋਂ ਸ਼ੁਰੂ ਹੋਈ ਤਾਂ ਕਿ ਉਹ ਉਹਦੇ ਵਿੱਚ ਸਾਨੂੰ ਨਜ਼ਰ ਆਉਂਦੀ ਆ, ਹਨਾ। ਅਸੀਂ ਦੇਖ ਸਕੇ ਕਿਤਾ ਉਹਨਾਂ ਨੇ ਦੇਖਿਆ ਕਿ ਹੁਣ ਕੀ ਕਰਨਾ, ਉਹਨੇ ਪ੍ਰਤਾਵੇ ਵਿੱਚ ਪੈ ਕੇ ਦੁੱਖ ਚੱਲਿਆ ਤੇ ਉਸ ਪ੍ਰਤਾਵੇ ਵਿੱਚ ਜਿਹੜੇ ਹੁੰਦੇ ਆ ਠੀਕ ਇਸ ਕਰਕੇ ਕਿ ਪਾਕੂ ਉਹਨਾਂ ਦੀ ਮਦਦ ਕਰਦਾ ਹੈ, ਇਹਨੂੰ ਕਰਦਾ ਹੈ ਉਹਨਾਂ ਦੀ ਮਦਦ, ਜਿਹੜਾ ਕਿ ਅਸੀਂ ਦੇਖਿਆ ਇਹਦੇ ਵਿੱਚ ਨਾ ਕਿ ਮਤਲਬ ਉਹਨੇ ਆਪਣੇ ਪ੍ਰਤਾਵੇ ਵਿੱਚ ਪੈ ਕੇ ਦੁੱਖ ਚੱਲਿਆ ਤਾਂ ਕਿ ਉਹਨਾਂ ਦੀ ਪ੍ਰਤਾਵੇ ਵਿੱਚੋਂ ਪਾਕਰੂ ਉਹਨਾਂ ਦੀ ਮਦਦ ਕਰ ਸਕੇ, ਹਨਾ। ਤਾਂ ਅਸੀਂ ਅੱਗੇ 9ਵੇਂ 10ਵੇਂ ਇਹਦੇ 19ਵੇਂ ਤੋਂ ਲੈ ਕੇ 22ਵੇਂ ਆਇਤ ਕੀ ਕਹਿੰਦਾ ਕਿ ਪਤਰਸ ਤੇ ਇੰਦਰਿਆਸ ਤੇ ਯਹੂਨਾ ਆਪਣੀਆਂ ਬੇੜੀਆਂ ਛੱਡ ਕੇ ਅਸੀਂ ਦੇਖਿਆ ਕਿ ਉਹ ਆਪਾਂ ਖੁਦ ਯਿਸੂ ਦੇ ਮਗਰ ਹੋ ਜਾਂਦੇ ਆ, ਕਿਉਂਕਿ ਉਹ ਆਪਣੇ ਜਿਸਮਾਂ ਨੂੰ ਪਾਕ ਰੂਹ ਦੇ ਹੱਥਾਂ 'ਚ ਦੇ ਦਿੰਦੇ ਤਾਂ ਕਿ ਉਹ ਆਦਮੀਆਂ ਦੇ ਵਿਸ਼ੇ ਬਣ ਸਕਣ ਨਾ। ਮਤਲਬ
ਇੱਥੇ ਅਸੀਂ ਦੇਖਿਆ ਕਿ ਮਤਲਬ ਇੱਕ ਮੈਨੂੰ ਯਾਦ ਆ ਰਿਹਾ ਗੀਤ ਕਿ ਮਛਲੀ ਪਕੜਨਾ ਛੱਡ ਕੇ ਪਤਰਸ ਅੱਤ ਬੰਦੇ ਫੜਿਆ ਕਰਨ ਮਤਲਬ ਕਿਉਂਕਿ ਇੱਥੇ ਬਿਲਕੁਲ ਉਹ ਇਹਦੇ ਵਿੱਚ ਨਜ਼ਰ ਆਉਂਦਾ ਤਾਂ समय से देखा कि खुदा यीशु मसीह की मिनिस्ट्री दी पूरी मिनिस्ट्री आ मैंने थे वो एक ट्राइपॉड जिस तरह के ਅਸੀਂ ਪਿਛਲੇ ਦਿਨ ट्राइपॉड ਖਰੀਦ ਰਹੇ ਸੀ ਮਤਲਬ मैंने देखा कि ट्राइपॉड ਤੇ ਕੈਮਰਾ ਟਿਕਦਾ ਕਿਉਂਕਿ ਬਹੁਤ ਭਾਰਾ ਹੁੰਦਾ ਜੇ ਇੱਕ ਟ੍ਰਾਈਪੋਡ ਹੋਵੇ ਤਾਂ ਤੁਸੀਂ ਉਹਦੇ ਤੇ ਕੈਮਰੇ ਨੂੰ ਨਹੀਂ ਰੱਖ ਸਕਦੇ ਸੋ ਖੁਦਾਵੰਦ ਯਿਸੂ ਮਸੀਹ ਦੀ ਮਿਨਿਸਟਰੀ ਦੇ ਨੀਚੇ ਜਿਹੜਾ ਟ੍ਰਾਈਪੋਡ ਆ ਉਹ ਆ ਨਜ਼ਰ ਆ ਰਿਹਾ ਹੈ ਕਿ ਇੱਕ ਬਿਲਡਰ ਮਤਲਬ ਇੱਕ ਆਪਾਂ ਕਹਿੰਦੇ ਆ ਕਿ ਮਾਰੂਥਲ ਦੇ ਵਿੱਚੋਂ ਗੁਜ਼ਰਨ ਵਾਲਾ ਟ੍ਰਾਈਪੋਡ ਹੈ ਨਾ ਮਤਲਬ ਉਹ ਤੋਂ ਗੁਜ਼ਰਨਾ ਸ਼ੈਤਾਨ ਦੇ ਤੋਂ ਜਿੱਤ ਪ੍ਰਾਪਤ ਕਰਨੀ ਆਪਣੀ ਜ਼ਿੰਦਗੀ ਜਿਹੜੀਆਂ ਆਪਣੀ ਜ਼ਿੰਦਗੀ ਨੂੰ ਮੁਸ਼ਕਲਾਂ ਤੋਂ ਦੂਰ ਰੱਖ ਕੇ ਫਿਰ ਹੀਲਿੰਗ ਲਈ ਕਿਸੇ ਲਈ ਤਾਕਤ ਹਾਸਲ ਕਰਨੀ ਫਿਰ ਜਿਹੜੀਆਂ ਉਹ ਬਾਕੀ ਹੋਰ ਉਹਨਾਂ ਦੇ ਚੰਗਿਆਈ ਕੀਤੀ ਭੂਤਾਂ ਤੋਂ ਪ੍ਰੇਤਾਂ ਤੋਂ ਜਿਹੜੇ ਈਵਲ ਡੂਅਰਸ ਤੋਂ ਸ਼ੈਤਾਨ ਦੀਆਂ ਜਕੜੇ ਹੋਏ ਜਿਹੜੇ ਮਿਰਗੀ ਦੇ ਮਰੀਜ਼ ਨੂੰ ਲਸ਼ਕਰ ਨੂੰ ਸ਼ਿਕਾਰ ਦੇਣ ਵਾਲੀ ਉਹ ਹੁਣ ਤੱਕ ਉਹ ਤਾਕਤ ਉਹ ਜਿੱਤ ਉਹ ਰੂਹ ਉਹ ਅੱਗ ਉਹ ਜ਼ਿੰਦਗੀ ਜਿਹੜੀ ਉਸ ਵੇਲੇ ਉਹਨਾਂ ਨੇ ਪ੍ਰਾਪਤ ਕੀਤੀ ਲੋਕਾਂ ਨੂੰ ਠੀਕ ਕਰਨ ਦੀ ਤਾਂ ਕਿ ਉਹ ਹਾਸਲ ਕਰ ਸਕੇ ਤੁਸੀਂ ਦੇਖਿਆ ਮੈਂ ਟ੍ਰਾਈਪੋਡ ਦੀ ਗੱਲ ਕੀਤੀ ਹੈ ਨਾ ਮਤਲਬ ਉਹਦੇ ਉੱਤੇ ਟਿਕੀ ਹੋਈ ਆ ਖੁਦਾ ਯਿਸੂ ਮਸੀਹ ਦੀ ਮਿਨਿਸਟਰੀ ਥੱਲੇ ਜਿਹੜੀਆਂ ਕੁਰਬਾਨੀਆਂ ਦੇ ਟ੍ਰਾਈਪੋਡ ਦੇ ਉੱਤੇ ਉਹਨਾਂ ਦੀ ਮਿਨਿਸਟਰੀ ਟਿਕੀ ਅੱਜ ਸਾਡੀਆਂ ਵੀ ਜਿਹੜੀਆਂ ਜ਼ਿੰਦਗੀਆਂ ਆ ਉਹਨਾਂ ਦਾ ਜਿਹੜਾ ਟ੍ਰਾਈਪੋਡ ਆ ਉਹ ਵਿਲਡਰਨੈਸ ਭਾਵ ਮਾਰੂਥਲ ਜਿਹਨਾਂ ਦੀ ਜ਼ਿੰਦਗੀ ਵਿੱਚ ਆਉਂਦਾ ਆ ਉਹ ਦਰਅਸਲ ਉਹ ਸਾਡਾ ਜਿਹੜੀ ਸਾਡੀ ਜਿੱਤ ਆ ਮਿਨਿਸਟਰੀ ਦੀ ਸਾਡੀ ਜਿਹੜੀ ਬਖਸ਼ਿਸ਼ ਆ ਖੁਦਾ ਯਿਸੂ ਮਸੀਹ ਕੋਲ ਲੈ ਕੇ ਹਾਸਲ ਕੀਤੀ ਅਸੀਂ ਉਹਦੇ ਉੱਤੇ ਟਿਕਾ ਕੇ ਫਿਰ ਅਸੀਂ ਖੁਦਾ ਦਾ ਉਹ ਕੰਮ ਕਰ ਸਕਦੇ ਹਾਂ ਜਦੋਂ ਕਿ ਯਿਸੂ ਨੂੰ ਕੰਮ ਉਸ ਤਰ੍ਹਾਂ ਕਰਨਾ ਪਿਆ ਕਿ ਅਸੀਂ ਕੌਣ ਹੁੰਦੇ ਹਾਂ ਕਿ ਸਾਨੂੰ ਉਹ ਕੰਮ ਉਸ ਤਰ੍ਹਾਂ ਨਾ ਕਰਨਾ ਪਵੇ ਸੋ ਅਸੀਂ ਦੇਖਿਆ ਇਹਦੇ ਵਿੱਚ ਕਿ ਮਤਲਬ ਬਿਮਾਰਾਂ ਸ਼ੈਤਾਨੀ ਪਰੀਆਂ ਵਿੱਚ ਫਸੀਆਂ ਹੋਈਆਂ ਜਿਹੜੀਆਂ ਮੁਸ਼ਕਿਲਾਂ ਭਰੇ ਲੋਕਾਂ ਦੀ ਜ਼ਿੰਦਗੀ ਸੀ ਹਮੇਸ਼ਾ ਖੁਦਾ ਦੀ ਮਰਜ਼ੀ ਨੂੰ ਜਾਣ ਕੇ ਸੰਪੂਰਨਤਾ ਨਾਲ ਖੁਦਾ ਦਾ ਕੰਮ ਕਰਦੀ ਹੈ ਤੇ ਉਸ ਤੋਂ ਸਦਾ ਲਈ ਖੁਸ਼ਹਾਲ ਤੇ ਮੁਕਤੀ ਭਰਪੂਰ ਜ਼ਿੰਦਗੀ ਅਪਣਾਉਂਦੀ ਹੈ ਹਨਾ ਅਸੀਂ ਜਿਹੜਾ ਅੱਜ ਦਾ ਕਲਾਮ ਹੈ ਉਹਨੂੰ ਅਸੀਂ ਇਸ ਤਰ੍ਹਾਂ ਪੂਰਾ ਕੀਤਾ ਤੇ ਇਹਦੇ ਵਿੱਚ ਦੇਖਿਆ ਕਿ ਮਤਲਬ ਖੁਦਾ ਨੇ ਹਰ ਚੀਜ਼ ਨੂੰ ਮਤਲਬ ਮੁਸ਼ਕਿਲਾਂ ਦੇ ਨਾਲ ਟਾਕਰਾ ਕਰਕੇ ਜੂਝ ਕੇ ਕਲਾਮ ਦੇ ਰਾਹੀਂ ਸ਼ੈਤਾਨ ਦਾ ਟਾਕਰਾ ਕੀਤਾ ਹੈ ਮਤਲਬ ਆਪਣੇ ਰਾਹੀਂ ਆਪਣੇ ਮਤਲਬ ਰੂਹ ਮਾਸ ਹੱਡੀਆਂ ਦੇ ਨਾਲ ਨਹੀਂ ਪਾਕ ਰੂਹ ਦੀ ਮਦਦ ਦੇ ਨਾਲ ਜਿੱਤ ਪ੍ਰਾਪਤ ਕੀਤੀ ਆਪਣੇ ਜਿਸਮ ਦੀ ਕੁਰਬਾਨੀ ਦੇ ਨਾਲ ਹਰ ਵਕਤ ਉਹਦੇ ਨਾਲ ਜੂਝ ਕੇ ਅਸੀਂ ਉਹਦੇ ਚ ਪ੍ਰਾਪਤ ਕੀਤੀ ਹੈ ਹਨਾ ਸੋ ਇਹਦੇ ਵਿੱਚ ਸਾਨੂੰ ਮਤਲਬ ਇਹੀ ਹੈਗਾ ਕਿ ਜਿਹੜਾ ਅੰਨਾ ਹੈ ਨਾ ਅੰਨਿਆਂ ਨੂੰ ਖੁਦਾ ਨੇ ਅੱਖਾਂ ਦਿੱਤੀਆਂ ਹੈ ਨਾ ਉਹਨਾਂ ਨੂੰ ਦਿੱਤੀਆਂ ਅੰਨਾ ਖੁਦਾ ਦੇ ਉੱਤੇ ਜਲਦੀ ਯਕੀਨ ਕਰ ਲੈਂਦਾ ਹੈ ਕਿਉਂਕਿ ਉਹਨੇ ਕੋਈ ਗਲਤ ਅੱਖਾਂ ਨਾਲ ਖੁਦਾ ਨਹੀਂ ਦੇਖੇ ਝੂਠੇ ਲੋਕਾਂ ਨੂੰ ਨਹੀਂ ਉਹਨੇ ਦੇਖਿਆ ਉਹਨੇ ਉਹ ਜਲਦੀ ਖੁਦਾ ਤੇ ਯਕੀਨ ਕਰਿਆ ਕਈ ਵਾਰੀ ਜਿਹੜੀ ਸਾਡੀ ਸੋਚ ਹੈ ਨਾ ਉਹ ਇੰਨੇ ਹੋਰ ਲੋਕਾਂ ਨੂੰ ਦੇਖ ਲੈਂਦੀ ਹੈ ਕਿ ਉਹ ਬਲਕਿ ਮਤਲਬ ਸੱਚੀ ਮੁੱਚੀ ਖੁਦਾ ਨੂੰ ਨਹੀਂ ਦੇਖ ਪਾਉਂਦੀ ਸੱਚੀ ਮੁੱਚੀ ਉਹਦੇ ਨਾਲ ਨਹੀਂ ਜੁੜ ਪਾਉਂਦੀ ਆਪਣੇ ਨੂੰ ਸਾਫ਼ ਨਹੀਂ ਕਰ ਪਾਉਂਦੀ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਖੁਦਾ ਦੇ ਨਾਲ ਉਹਦਾ ਹੀ ਆਸ ਸਬਕ ਉਹਦੇ ਤੋਂ ਸਿੱਖੀਏ ਜਿਹੜਾ ਕਿ ਅਸੀਂ ਅੱਜ ਮੱਤੀ ਚੌਥੇ ਦੀ ਵਿਆਖਿਆ ਦੇ ਵਿੱਚ ਅਸੀਂ ਪੈਦਾਇਸ਼ ਚੌਥੇ ਚੈਪਟਰ ਨੂੰ ਪੂਰੇ ਨੂੰ ਦੀ ਵਿਆਖਿਆ ਵਿੱਚ ਦੇਖਿਆ ਮੈਂ ਆਸ ਕਰਦੇ ਹਾਂ ਕਿ ਤੁਸੀਂ ਅੱਜ ਦਾ ਜਿਹੜਾ ਕਲਾਮ ਆ ਉਹਦੇ ਤੋਂ ਤੁਸੀਂ ਸਿੱਖੋਗੇ ਐਂਡ ਤੁਸੀਂ ਬਿਲਕੁਲ ਖੁਦਾ ਯਿਸੂ ਮਸੀਹ ਦੀ ਉਹ ਕੁਰਬਾਨੀ ਜਿਹੜੀ ਉਹਨੇ ਸਾਡੇ ਲਈ ਦਿੱਤੀ ਐਂਡ ਉਹ ਲੜਾਈ ਜਿਹੜੀ ਉਹਨੇ ਸ਼ੈਤਾਨ ਨਾਲ ਲੜੀ ਅਸੀਂ ਉਹਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਅਸੀਂ ਵੀ ਸ਼ੈਤਾਨ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚੋਂ ਇਸੇ ਤਰ੍ਹਾਂ ਪਟਾਵਾਂਗੇ ਉਹਨਾਂ ਵਚਨਾਂ ਦਾ ਜਿਹੜਾ ਸਹਾਰਾ ਲਵਾਂਗੇ ਜਿਹੜੇ ਵਚਨ ਉਹਨੇ ਸਾਡੇ ਲਈ ਛੱਡਿਆ ਮੈਂ ਆਸ ਕਰਦੇ ਹਾਂ ਕਿ ਇਹ ਜਿਹੜਾ ਵਚਨ ਹੈ ਤੁਸੀਂ ਇਹਦੇ ਤੋਂ ਬਹੁਤ ਬਹੁਤ ਬਰਕਤ ਪਾਓਗੇ ਆਮੀਨ ਆਮੀਨ ਐਂਡ ਆਮੀਨ ਜੈ ਮਸੀਹ ਦੀ ਹਰ ਸ਼ਰਮ ਸੀ ਤੁਸੀਂ ਬਿਲਕੁਲ ਮੈਂ